ਇਸ ਸਮੇਂ ਦੇ ਦੌਰਾਨ ਗੋਰਖਨਾਥ ਵੱਲੋਂ ਵੱਖ-ਵੱਖ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਗੋਰਖਨਾਥ ਦਾ ਚੇਲਾ ਬਣਾਉਣ ਵਾਸਤੇ ਭੇਜੇ ਜਾਂਦੇ ਨੇ। ਉਹ ਆਪਣੀ ਆਪਣੀ ਮਤ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਵਾਲ ਕਰਦੇ ਨੇ ਔਰ ਸਤਿਗੁਰੂ ਮਹਾਰਾਜ ਜੀ ਬਾਖੂਬੀ ਉਹਨਾਂ ਦਾ ਜਵਾਬ ਸੁਚੱਜੇ ਢੰਗ ਦੇ ਨਾਲ ਦੇ ਕੇ ਇਹਨਾਂ ਦੇ ਮਨ ਦੀ ਸ਼ੰਕਾ ਦੀ ਨਿਵਰਤੀ ਕਰਦੇ ਨੇ। ਔਰ ਜਿਹਦੇ ਮਨ ਦੀ ਸ਼ੰਕਾ ਦੂਰ ਹੋ ਜਾਂਦੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਅੱਗੇ ਸੀਸ ਨਵਾ ਕੇ ਵਾਪਸ ਪਰਤ ਜਾਂਦਾ ਹੈ। ਗੋਰਖਨਾਥ ਨੂੰ ਜਾ ਕੇ ਇੱਕੋ ਹੀ ਜਵਾਬ ਮਿਲਦਾ ਹੈ ਵੱਖ-ਵੱਖ ਜੋਗੀਆਂ ਦੇ ਪਾਸੋਂ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਵੀ ਕੀਮਤ ਉੱਤੇ ਝੁਕਾਇਆ ਨਹੀਂ ਜਾ ਸਕਦਾ। ਉਹਨਾਂ ਦੇ ਕੋਲ ਉਹਨਾਂ ਦੀ ਕਮਾਈ ਸਾਡੇ ਨਾਲੋਂ ਵੀ ਬਹੁਤ ਗੁਣਾ ਵੱਡੀ ਹੈ। ਸਾਡੇ ਕੋਲ ਉਹਨਾਂ ਗਿਆਨ ਨਹੀਂ ਜਿੰਨਾ ਧੰਨ ਗੁਰੂ ਨਾਨਕ ਸਾਹਿਬ ਕੋਲ ਹੈ। ਜਦੋਂ ਵੱਖ-ਵੱਖ ਰੂਪ ਵਿੱਚ ਇਹ ਜੋਗੀ ਗੁਰੂ ਨਾਨਕ ਸਾਹਿਬ ਜੀ ਕੋਲ ਜਾਂਦੇ ਆ, ਜਿਨ੍ਹਾਂ ਵਿੱਚੋਂ ਕੱਲ ਦੇ ਪ੍ਰਸੰਗ ਦੇ ਮੁਤਾਬਕ ਲੰਗਰਨਾਥ ਦਾ ਨਾਮ ਦਾ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੌਤ ਦੀ ਗੱਲ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਪਹਿਲੇ ਇਹ ਦੱਸ ਵੀ ਮਰਦਾ ਕੌਣ ਹੈ, ਮੌਤ ਕਿਹਦੀ ਹੁੰਦੀ ਹੈ? ਕਿਉਂਕਿ ਜੀਵ ਆਤਮਾ ਜਿਹੜੀ ਹੈ ਇਹ ਨਾ ਜੰਮਦੀ ਹੈ ਨਾ ਮਰਦੀ ਹੈ। ਪੰਜ ਤੱਤ ਜਿਹੜੇ ਨੇ ਇਹ ਨਾ ਜੰਮਦੇ ਨੇ ਨਾ ਮਰਦੇ ਨੇ। ਇਸ ਲਈ ਮੌਤ ਕਿਹਦੀ ਹੈ? ਜਦੋਂ ਇਹ ਜਵਾਬ ਨਹੀਂ ਆਇਆ, ਮਹਾਰਾਜ ਜੀ ਕਹਿੰਦੇ ਜਾ ਆਪਣੇ ਗੁਰੂ ਗੋਰਖਨਾਥ ਨੂੰ ਪੁੱਛ। ਇਹ ਹੁਣ ਲੰਗਰਨਾਥ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੁਣ ਕੇ ਵਾਪਸ ਗੋਰਖਨਾਥ ਦੇ ਕੋਲ ਆਉਂਦਾ ਹੈ। ਅਗਲੇਰੇ ਪ੍ਰਸੰਗ ਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰਦੇ ਹਨ। ਲੰਗਰ ਤੂਸ਼ਨ ਹੋਏ ਗਏ ਬਿਰ ਤੰਤ ਸੁਮੇਰ ਪੇ ਜਾਏ ਸੁਨਾਵਾ। ਲੰਗਰ ਤੂਸ਼ਨ ਹੋਏ ਗਏ, ਲੰਗਰਨਾਥ ਨਾਮ ਦਾ ਜੋਗੀ ਤੂਸ਼ਨ ਦਾ ਅਰਥ ਹੁੰਦਾ ਚੁੱਪ ਕਰ ਜਾਣਾ। ਇਹ ਚੁੱਪ ਕਰ ਗਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀਤੀ। ਗਇਓ ਵਾਪਸ ਸੁਮੇਰ ਪਰਬਤ ਤੇ ਆ ਗਿਆ। ਆ ਕੇ ਗੋਰਖਨਾਥ ਨੂੰ ਸਾਰਾ ਪ੍ਰਸੰਗ ਸੁਣਾਉਂਦਾ ਹੈ। ਗੋਰਖ ਨੇ ਤਬ ਆਇ ਦੇ ਕਰ ਮੰਗਲ ਨਾਥ ਸਮੀਪ ਬਧਾਵਾ। ਇਸ ਗੱਲ ਦਾ ਜਵਾਬ ਗੋਰਖਨਾਥ ਕੋਲ ਵੀ ਨਹੀਂ ਸੀ। ਜਿਵੇਂ ਪਹਿਲਾਂ ਜੋਗੀ ਆਉਂਦੇ ਰਹੇ ਵਾਪਸ ਉਹਨਾਂ ਨੂੰ ਚੁੱਪ ਕਰਾਉਂਦਾ ਰਿਹਾ, ਇਸ ਵਾਰ ਲੰਗਰਨਾਥ ਨੂੰ ਵੀ ਚੁੱਪ ਕਰਾ ਦਿੱਤਾ। ਹਾਲਾਂਕਿ ਇਹਨੂੰ ਜਵਾਬ ਦੇਣਾ ਚਾਹੀਦਾ ਸੀ ਕਿ ਮੌਤ ਕਿਹਦੀ ਹੁੰਦੀ ਹੈ, ਕੌਣ ਮਰਦਾ ਹੈ, ਪਰ ਇਹਨੂੰ ਜਵਾਬ ਆਇਆ ਨਹੀਂ, ਜਿਸ ਕਰਕੇ ਇਹਨੇ ਆਖਿਆ ਵੀ ਤੂੰ ਚੁੱਪ ਕਰਕੇ ਬੈਠ। ਫਿਰ ਮੰਗਲਨਾਥ ਨੂੰ ਆਪਣੇ ਕੋਲ ਬੁਲਾਇਆ। ਕਹਿੰਦੇ ਲੰਗਰਨਾਥ ਨੂੰ ਚੁੱਪ ਕਰਵਾ ਦਿੱਤਾ। ਮੰਗਲਨਾਥ ਨੂੰ ਆਪਣੇ ਕੋਲ ਗੋਰਖਨਾਥ ਬੁਲਾਉਂਦਾ ਹੈ। ਕੀ ਨਾ ਬੜੋ ਸਨਮਾਨ ਬਿਠਾਇ ਕੇ ਅਨ ਤੇ ਇਬ ਬੈਨ ਅਲਾਵਾ। ਉੱਠ ਕੇ ਮੰਗਲਨਾਥ ਗੋਰਖਨਾਥ ਕੋਲ ਆਇਆ। ਇਹਨੂੰ ਬੜੇ ਪਿਆਰ ਸਨਮਾਨ ਦੇ ਨਾਲ ਆਪਣੇ ਕੋਲ ਬਿਠਾਇਆ। ਕੋਲ ਬਿਠਾ ਕੇ ਇਹਨੂੰ ਮਾਨ ਸਨਮਾਨ ਦਿੰਦਿਆਂ ਹੋਇਆਂ ਆਖਣਾ ਕੀਤਾ, ਹਾਰ ਕੇ ਅਬ ਤਸੀ ਦਸ ਬੈ ਜਬ ਜਾਨੋ ਤੁਮਾਰੇ ਬਨੇ ਤੇ ਥਾਵਾ। ਲੱਗੇ ਮੰਗਲਨਾਥ ਇਹ ਸਾਰੇ ਹੀ ਸਿੱਧ ਹਾਰ ਕੇ ਆਏ ਨੇ, ਕੋਈ ਇਹਨਾਂ ਵਿੱਚੋਂ ਜਿੱਤ ਕੇ ਨਹੀਂ ਆਇਆ। ਇਹ ਜਿੰਨੇ ਵੀ ਮੈਂ ਆਪਣੇ ਜੋਗੀ ਭੇਜੇ ਨੇ ਇਹ ਸਭ ਹਾਰ ਕੇ ਹੀ ਆਏ ਨੇ। ਸਭ ਆਉਂਦੇ ਜਾਂਦੇ ਤਾਂ ਮੇਰੇ ਗੁਣ ਗਾ ਕੇ ਨੇ, ਪਰ ਆਉਂਦੇ ਨੇ ਨਾਨਕ ਜੀ ਦੇ ਗੁਣ ਗਾਉਂਦੇ ਆ, ਉਹਨਾਂ ਦੀ ਵਡਿਆਈ ਕਰਦੇ ਆ, ਉਹਨਾਂ ਦੀ ਸ਼ੋਭਾ ਕਰਦੇ ਆ। ਇਸ ਲਈ ਮੰਗਲਨਾਥ ਤੂੰ ਹੁਣ ਜਿਹੜਾ ਉਹਨਾਂ ਕੋਲ ਜਾ ਤੇ ਜਾ ਕੇ ਤੂੰ ਇਸ ਵਾਰ ਜਿੱਤ ਕੇ ਆਉਣਾ ਹੈ। ਮੰਗਲਨਾਥ ਨੇ ਪੁੱਛਣ ਕੀ ਨਾ ਪਠੋਕੇ ਹਿਤ ਕੋ ਦੇ ਬਤਾਈ। ਮੰਗਲਨਾਥ ਕਹਿੰਦਾ ਗੁਰੂ ਜੀ, ਕਿਉਂਕਿ ਗੋਰਖਨਾਥ ਗੁਰੂ ਹੈ ਇਹਨਾਂ ਦਾ, ਆਖਿਆ ਗੁਰੂ ਜੀ ਮੈਨੂੰ ਇਹ ਤਾਂ ਦੱਸੋ ਵੀ ਮੈਨੂੰ ਉੱਥੇ ਜੋ ਭੇਜ ਰਹੇ ਹੋ ਕਾਹਦੇ ਵਾਸਤੇ ਭੇਜ ਰਹੇ ਹੋ? ਮੈਂ ਉੱਥੇ ਕੀ ਜਾ ਕੇ ਗੱਲ ਕਰਾਂਗਾ, ਕੀ ਉੱਥੇ ਸਵਾਲ ਜਿਹੜਾ ਉਹਨਾਂ ਦੇ ਸਾਹਮਣੇ ਮੁੱਖ ਰੱਖਾਂਗਾ? ਤੁਸੀਂ ਕਹਿ ਤੇ ਰਹੇ ਹੋ ਵੀ ਜਾ, ਪਰ ਪਠੇ ਕਹਿ ਤੇ ਕਾਹਦੇ ਵਾਸਤੇ ਮੈਨੂੰ ਭੇਜ ਰਹੇ ਹੋ? ਮੈਨੂੰ ਕਿਸ ਵਾਸਤੇ ਤੁਸੀਂ ਭੇਜ ਰਹੇ ਹੋ? ਔਰ ਉੱਥੇ ਜਾ ਕੇ ਮੈਂ ਉਹਨਾਂ ਨੂੰ ਕੀ ਗੱਲ ਜਿਹੜੀ ਆ ਉਹ ਕਰਾਂਗਾ। ਰੂਪ ਸਭਾਈ ਵੀ ਲੋਕਾਂ ਨੇ ਕੋਤੇ ਕਦੋਂ ਕਈ ਉਪਦੇਸ਼ਨ ਤਾਈ। ਕਹਿੰਦੇ ਨੇ ਮੈਂ ਕੀ ਉਪਦੇਸ਼ ਉਹਨਾਂ ਨੂੰ ਦਿਆਂਗਾ? ਉਹਨਾਂ ਦਾ ਜਿਹੜਾ ਰੂਪ ਵੇਖ ਕੇ, ਜੋ ਉਹਨਾਂ ਦਾ ਉਸ ਵੇਲੇ ਦਾ ਮਾਹੌਲ ਹੈ ਉਹ ਵੇਖ ਕੇ ਮੈਂ ਉਹਨਾਂ ਨੂੰ ਕੀ ਉਪਦੇਸ਼ ਦੇਵਾਂਗਾ? ਗੋਰਖ ਜੋ ਸੁਣ ਕੇ ਮਨ ਮਾਂਗੇ ਵਿਚਾਰ ਕੇ ਬਾਨੀ ਸੋਏ ਸਲਾਈ। ਜਦੋਂ ਗੋਰਖਨਾਥ ਨੇ ਕਹਿੰਦੇ ਮੰਗਲਨਾਥ ਕੋਲੋਂ ਇਹ ਬਚਨ ਸੁਣੇ ਕਿ ਉਹ ਕਹਿੰਦਾ ਵੀ ਭੇਜਦਾ ਰਹੇ ਹੋ, ਠੀਕ ਹੈ ਮੈਂ ਜਾਵਾਂਗਾ, ਪਰ ਮੈਨੂੰ ਦੱਸੋ ਤੇ ਸਹੀ ਉੱਥੇ ਜਾ ਕੇ ਕਰਨਾ ਕੀ ਹੈ? ਫਿਰ ਅੱਗੋਂ ਗੋਰਖਨਾਥ ਜਿਹੜਾ ਇਹ ਬੋਲਦਾ ਹੈ, ਜੋ ਤੁਮਰੇ ਮਨ ਮੇ ਅਭਿਲਾਕੇ ਬਿਲੋਕੇ ਤੇ ਬਿਦਾ ਸੋ ਅਬ ਜਾਈ। ਕਹਿੰਦੇ ਜਾਓ ਜਾ ਕੇ ਪਹਿਲਾਂ ਉਹਨਾਂ ਨੂੰ ਬਿਲੋਕੋ ਦੇਖੋ, ਉਹਨਾਂ ਨੂੰ ਦੇਖ ਕੇ ਜੋ ਮਨ ਦੇ ਵਿੱਚ ਆਵੇ ਉਹ ਉਹਨਾਂ ਦੇ ਸਨਮੁਖ ਵਿਚਾਰ ਰੱਖ ਦੇਣਾ। ਜੋ ਵੀ ਉਸ ਵੇਲੇ ਮਨ ਵਿੱਚ ਅਭਿਲਾਖਾ ਬਣੇ ਉਸੇ ਵੇਲੇ ਕਹਿੰਦੇ ਉਹ ਜਿਹੜਾ ਉਹ ਸਵਾਲ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਅੱਗੇ ਜਾ ਕੇ ਬੋਲ ਰੱਖ ਦੇਣਾ। ਮੰਗਲ ਬੋਲਤੇ ਹੈ ਗੁਰੂ ਗੋਰਖ ਪੂਰਨ ਹੋਏ ਜੋਗੀਆਂ ਸਭ ਲਾਇਕ। ਮੰਗਲਨਾਥ ਕਹਿੰਦਾ ਗੁਰੂ ਗੋਰਖਨਾਥ ਜੀ ਮੈਨੂੰ ਜਿੱਥੋਂ ਤੱਕ ਸਮਝ ਆਈ ਆ ਉਹ ਇਹ ਹੈ ਕਿ ਜਿਨ੍ਹਾਂ ਦੇ ਕੋਲ ਮੈਂ ਜਾਣਾ ਉਹ ਪੂਰਨ ਜੋਗੀ ਹੈ। ਮੰਗਲਨਾਥ ਜਾਣ ਤੋਂ ਪਹਿਲਾਂ ਹੀ ਸਮਝ ਗਿਆ, ਕਿਉਂਕਿ ਜਿੰਨੇ ਵੀ ਵਾਪਸ ਮੁੜ ਕੇ ਆ ਰਹੇ ਨੇ ਸਾਰੇ ਹੀ ਗੁਰੂ ਨਾਨਕ ਜੀ ਦੇ ਗੁਣ ਗਾ ਰਹੇ ਆ। ਇਹਨੂੰ ਸਮਝ ਆ ਗਈ ਹੈ ਵੀ ਜਿਹੜੇ ਸਾਰੇ ਹੀ ਗੁਣ ਗਾ ਰਹੇ ਨੇ ਦਾ ਮਤਲਬ ਕਿ ਉਹ ਕੋਈ ਵੱਡੀ ਕਮਾਈ ਵਾਲਾ ਹੈ। ਅਸੀਂ ਆਪਣੇ ਆਪ ਨੂੰ ਜੋਗੀ ਅਖਾਉਂਦੇ ਤਾਂ ਪਏ ਆ, ਪਰ ਇੰਨੇ ਜੋਗੀ ਜਾ ਕੇ ਹਾਰ ਕੇ ਆਏ ਨੇ ਦਾ ਮਤਲਬ ਉਹ ਕੋਈ ਵੱਡਾ ਜੋਗੀ ਹੋਏਗਾ। ਕਹਿੰਦੇ ਗੁਰੂ ਗੋਰਖਨਾਥ ਜੀ ਪੂਰਨ ਹੋ ਜੋਗੀ, ਉਹ ਸਭ ਲਾਇਕ ਹੈ। ਮੈਨੂੰ ਜਿੱਥੋਂ ਤੱਕ ਸਮਝ ਆ ਗਈ ਉਹ ਹਰ ਪ੍ਰਕਾਰ ਤੋਂ ਸੰਪੂਰਨ ਤੇ ਪੂਰਨ ਜੋਗੀ ਹਨ। ਸੋ ਸਭ ਹੀ ਬਿਤ ਪੂਰਨ ਨਾਨਕ ਜਾਇ ਸ਼ਰਨ ਤੇ ਸੇਵਤ ਦਾਇਕ। ਕਹਿੰਦੇ ਨੇ ਉਹ ਹਰ ਪੱਖ ਤੋਂ ਪੂਰੇ ਨੇ, ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਜਿਹਦੇ ਨਾਲ ਉਹਨਾਂ ਨੂੰ ਅੱਗੇ ਝੁਕਾਇਆ ਜਾ ਸਕੇ। ਗੱਦਦਾਇਕ ਉਹ ਮੁਕਤੀ ਦੇ ਦਾਤਾ ਨੇ, ਉਹਨਾਂ ਦੇ ਕੋਲ ਭਰਪੂਰ ਗਿਆਨ ਹੈ। ਖੋਜਬੋ ਦੇਖਿਓ ਕਿਆ ਤੈ ਸੁਰ ਨਾਇਕ ਨਾਇਕ ਸੰਤ ਸਹਾਇਕ। ਜੇ ਆਪਾਂ ਖੋਜਣ ਵੀ ਲੱਗ ਜਾਗੇ ਨਾ ਤੇ ਖੋਜਦਿਆਂ ਫਿਰ ਸਾਨੂੰ ਇਹੀ ਗੱਲ ਸਮਝ ਵਿੱਚ ਆਏਗੀ ਸੁਰ ਨਾਇਕ ਨਾਇਕ। ਕਹਿੰਦੇ ਨੇ ਸੁਰ ਕਹਿੰਦੇ ਦੇਵਤੇ ਉਹ ਦੀਵਾਨ ਦੇਵ ਨੇ, ਜਿਨ੍ਹਾਂ ਦੀ ਅਸੀਂ ਆਰਾਧਨਾ ਕਰਦੇ ਹਾਂ ਉਹ ਤਾਂ ਦੀਵਾਨ ਦੇਵ ਨੇ। ਉਹਨਾਂ ਤੋਂ ਵੱਡਾ ਦੇਵ ਕੋਈ ਨਹੀਂ, ਉਹਨਾਂ ਤੋਂ ਵੱਡਾ ਜੋਗੀ ਕੋਈ ਨਹੀਂ ਹੈ। ਇਸ ਲਈ ਉਹ ਆਪਣੇ ਸੰਤ ਸਹਾਇਕ, ਉਹ ਰੱਬ ਦੇ ਪਿਆਰਿਆਂ ਦੇ ਸਹਾਇਕ ਹਨ। ਇੱਕ ਦੁਬਾਰੇ ਖੋਜ ਪਿਕਪਨ ਖੋਜੇ ਕੇ ਖੋਜਨ ਰਿਤਨਾ ਲਾਇਕ। ਉਹ ਇੱਕ ਵਾਰ ਨਹੀਂ ਕਿੰਨੀ ਵਾਰ ਉਹਨਾਂ ਦੀ ਪਰਖ ਕੀਤੀ ਹੈ। ਕਦੇ ਕੋਈ ਜੋਗੀ ਜਾਂਦਾ ਹੈ, ਕਦੇ ਕੋਈ ਜਾਂਦਾ ਹੈ, ਕਦੇ ਕੋਈ ਜਾਂਦਾ ਹੈ। ਜਿੰਨੇ ਵੀ ਜਾਂਦੇ ਨੇ ਪਰਖ ਕੇ ਹੀ ਆਉਂਦੇ ਨੇ, ਤੇ ਜੋ ਉਹ ਪਰਖਦੇ ਨੇ ਉਹ ਆ ਕੇ ਤੈਨੂੰ ਦੱਸਦੇ ਨੇ, ਤੂੰ ਉਹਨਾਂ ਨੂੰ ਚੁੱਪ ਕਰਾ ਦੇਣਾ। ਹੁਣ ਇਹ ਕਹਿ ਲਓ ਕਿ ਜਿਹਨੂੰ ਸੱਚ ਸਮਝ ਆਇਆ ਉਹਨੇ ਸੱਚ ਬੋਲਣ ਦੀ ਹਿੰਮਤ ਰੱਖੀ। ਹਾਲਾਂਕਿ ਗੁਰੂ ਗੋਰਖਨਾਥ ਅੱਗੇ ਬੋਲਣਾ ਤੇ ਉਹ ਕ੍ਰੋਧ ਵਿੱਚ ਵੀ ਆ ਸਕਦਾ ਵੀ ਤੂੰ ਮੇਰਾ ਚੇਲਾ ਤੇ ਗੁਰੂ ਨਾਨਕ। ਹੁਣ ਇੱਥੇ ਤੱਕ ਗੋਰਖਨਾਥ ਨੂੰ ਵੀ ਸਮਝ ਆ ਚੁੱਕੀ ਹੈ ਕਿ ਨਾਨਕ ਜੀ ਨੂੰ ਹਰਾਉਣਾ ਜਿਹੜਾ ਸੌਖਾ ਨਹੀਂ ਹੈ। ਇਸ ਲਈ ਮੰਗਲਨਾਥ ਕਹਿੰਦਾ ਵੀ ਜਿੱਥੇ ਤੱਕ ਮੈਨੂੰ ਸਮਝ ਆਈ ਹੈ, ਬਾਕੀ ਗੋਰਖਨਾਥ ਜੀ ਤੁਸੀਂ ਵੀ ਸਮਝ ਆਓ। ਆਪਾਂ ਇੱਕ ਵਾਰੀ ਨਹੀਂ ਕਿੰਨੀ ਵਾਰੀ ਪਰਖ ਲਿਆ, ਤੇ ਜਿੰਨੀ ਵਾਰ ਵੀ ਉਹਨਾਂ ਨੂੰ ਪਰਖਣ ਵਾਸਤੇ ਭੇਜਿਆ ਹੈ ਤੇ ਇੱਕੋ ਹੀ ਗੱਲ ਉੱਭਰ ਕੇ ਆਉਂਦੀ ਹੈ ਕਿ ਉਹਨਾਂ ਤੋਂ ਵੱਡਾ ਜੋਗੀ ਕੋਈ ਨਹੀਂ ਹੋ ਸਕਦਾ।
ਉਹਨਾਂ ਦੀ ਕਮਾਈ ਸਾਡੇ ਨਾਲੋਂ ਵੱਡੀ ਕਮਾਈ ਹੈ। ਆਇਸ ਨਾਹੀ ਉਲੰਘਿਓ ਤੋਰ ਕਹਤੇ ਜਾਇ ਕਲਿਓ ਕਾਰੀ। ਬਾਕੀ ਕਹਿੰਦੇ ਮੈਂ ਤੇਰਾ ਹੁਕਮ ਨਹੀਂ ਮੋੜਦਾ ਕਿਉਂਕਿ ਗੁਰੂ ਤੂੰ ਹੀ ਹੈ ਸਾਡਾ, ਅਸੀਂ ਤੇਰੇ ਚੇਲੇ ਹਾਂ, ਤੂੰ ਸਾਡਾ ਗੁਰੂ ਹੈ, ਤੇਰੇ ਹੁਕਮ ਦੀ ਉਲੰਘਣਾ ਨਹੀਂ ਮੈਂ ਕਰ ਰਿਹਾ। ਮੈਂ ਇਹ ਨਹੀਂ ਕਰਿਆ ਵੀ ਮੈਂ ਨਹੀਂ ਜਾਵਾਂਗਾ ਜ਼ਰੂਰ, ਪਰ ਸੱਚ ਤੈਨੂੰ ਵੀ ਪਤਾ ਹੈ ਤੇ ਸੱਚ ਮੈਨੂੰ ਵੀ ਪਤਾ ਹੈ ਵੀ ਸੱਚ ਕੀ ਅਸਲੀਅਤ ਕੀ ਹੈ। ਹਾਂ ਉਹ ਵੱਖਰੀ ਗੱਲ ਹੈ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਮਨ ਨਹੀਂ ਨਾ ਸੁਧਰਦਾ, ਮਨ ਸਭ ਕੁਝ ਜਾਣਦੇ ਆ ਫਿਰ ਟੇਢਾ ਚੱਲਣਾ ਚਾਹੁੰਦਾ ਹੈ। ਇਸ ਲਈ ਕਹਿੰਦੇ ਮੈਂ ਤੇਰੇ ਹੁਕਮ ਦੀ ਆਇਸ ਨਾਹੀ ਉਲੰਘੋ ਤੋਰ, ਮੈਂ ਤੇਰੇ ਹੁਕਮ ਦੀ ਉਲੰਘਣਾ ਨਹੀਂ ਕਰ ਰਿਹਾ। ਮੈਂ ਤੇ ਜੋ ਸੱਚ ਹੈ ਉਹ ਤੇਰੇ ਨਾਲ ਸਾਂਝਾ ਕੀਤਾ ਹੈ, ਤੈਂ ਜਾਏ ਲਿਆਉਂ ਹਕਾਰੀ। ਜੇ ਤੁਸੀਂ ਫਿਰ ਵੀ ਚਾਹੁੰਦੇ ਹੋ ਤੇ ਮੈਂ ਉਹਨਾਂ ਨੂੰ ਬੁਲਾ ਕੇ ਲੈ ਆਉਂਦਾ ਹਾਂ। ਜਾ ਕੇ ਮਿਲੇ ਤੇ ਕਿਰਤਾਰਤ ਹੋਏਗੇ ਜਾਏ ਟਿਕੇ ਮਨ ਆਲਸ ਕਾਰੀ। ਮੈਨੂੰ ਇਹ ਪਤਾ ਹੈ ਵੀ ਜੇ ਮੈਂ ਜਾਵਾਂਗਾ ਤੇ ਮੈਂ ਉੱਥੇ ਕਿਰਤਾਰਤ ਭਾਵ ਨਵਾਜੀਆਂ ਹੀ ਜਾਵਾਂਗਾ। ਮੇਰੇ ਭਾਗ ਚੰਗੇ ਹੋਣਗੇ ਜੇ ਮੈਂ ਉਹਨਾਂ ਦੇ ਸਨਮੁਖ ਜਾਵਾਂਗਾ, ਉਹਨਾਂ ਦੇ ਮੈਂ ਜੇ ਦਰਸ਼ਨ ਕਰਾਂਗਾ ਜਾ ਕੇ ਤੇ ਮੇਰੇ ਮਨ ਚੋਂ ਆਲਸ ਨਿਕਲ ਜਾਏਗਾ। ਮੇਰੇ ਮਨ ਵਿੱਚੋਂ ਆਲਸ ਵਾਲੇ ਜਿਹੜੇ ਵਿਕਾਰ ਨੇ ਉਹ ਦੂਰ ਹੋ ਜਾਣਗੇ ਐਸੇ ਭਾਰੀ ਪੁਰਸ਼ ਦੇ ਪੂਰਨ ਪੁਰਖ ਦੇ ਦਰਸ਼ਨ ਕਰਕੇ। ਮੰਗਲ ਨਾਥ ਜੀ ਅਨੋ ਬਿਦਲੇ ਉਪਦੇਸ਼ ਹਮਾਰੋ ਜੋ ਤਾਰੀ। ਹੁਣ ਇਹ ਗੋਰਖਨਾਥ ਨੂੰ ਸਮਝਦੇ ਹੈ ਪਰ ਮਨ ਨਹੀਂ ਨਾ ਸਮਝਣਾ ਚਾਹੁੰਦਾ। ਕਹਿੰਦੇ ਨੇ ਆਖਿਆ ਮੰਗਲਨਾਥ ਜੀ ਆਨੋ ਕਿਸੇ ਤਰੀਕੇ ਨਾਲ ਲੈ ਕੇ ਆਓ। ਜੇ ਉਹ ਸਾਡੇ ਕੋਲ ਆ ਜਾਵਣ, ਆਵੋ ਮਾਰਗ ਸੀਧਨ ਕੇ ਪਵ ਮੈਂ ਪ੍ਰਕਾਸ਼ ਬੜੋ ਦਸਕਾਰੀ। ਕਿਸੇ ਵੀ ਵਿਦ ਦਾਰਥ ਦਾ ਤਰੀਕਾ ਕਿਸੇ ਵੀ ਤਰੀਕੇ ਜਾਓ ਤੇ ਲੈ ਕੇ ਆਓ ਉਹਨਾਂ ਨੂੰ। ਜੇ ਉਹ ਸਾਡਾ ਯੋਗ ਮਤ ਧਾਰਨ ਕਰ ਲੈਣ, ਮੈਂ ਵੀ ਤੇ ਇਹ ਕਹਿ ਰਿਹਾ ਵੀ ਉਹਨਾਂ ਦੀ ਕਮਾਈ ਵੱਡੀ ਹੈ, ਤੇ ਜੇ ਉਹ ਸਾਡਾ ਯੋਗ ਮਤ ਧਾਰਨ ਕਰ ਲੈਣ, ਜੇ ਉਹ ਆ ਕੇ ਸਾਡੇ ਇਸ ਯੋਗ ਮਤ ਦੇ ਮਾਰਗ ਤੇ ਤੁਰਨ ਤੇ ਸਾਡਾ ਇਹ ਮਾਰਗ ਜਿਹੜਾ ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ, ਯੋਗ ਮਤ ਵਿੱਚ ਹੋਰ ਵਾਧਾ ਹੋ ਜਾਵੇਗਾ। ਮੰਗਲ ਨਾਥ ਕਹੇ ਪੁਨ ਬੈਨ ਕੋ ਜੋ ਨਾ ਬਨੇ ਜਿਵਦਾ ਤੁਮਾਰੀ। ਹੁਣ ਮੰਗਲਨਾਥ ਨੇ ਸਿੱਧਾ ਹੀ ਕਹਿ ਦਿੱਤਾ ਗੋਰਖਨਾਥ ਗੁਰੂ ਜੀ ਜੋ ਤੁਸੀਂ ਚਾਹੁੰਦੇ ਹੋ ਇਦਾਂ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕੇਗਾ ਜੋ ਤੁਸੀਂ ਚਾਹੁੰਦੇ ਹੋ। ਮੰਗਲਨਾਥ ਕਹੇ ਪੁਨ ਬੈਨ ਕੋ ਜੋ ਨਾ ਬਨੇ ਜਿਵ ਚਾਹੇ ਤੁਮਾਰੀ, ਜਿਵੇਂ ਤੁਸੀਂ ਚਾਹੁੰਦੇ ਹੋ ਨਾ ਇਸ ਤਰ੍ਹਾਂ ਕਦੇ ਵੀ ਨਹੀਂ ਬਣ ਸਕਦਾ। ਜਿੰਨਾ ਮਰਜ਼ੀ ਅਸੀਂ ਆਪਣੀ ਤਾਕਤ ਉੱਥੇ ਅਜ਼ਮਾ ਲਈਏ, ਜਿੰਨੇ ਮਰਜ਼ੀ ਉਹਨਾਂ ਅੱਗੇ ਸਵਾਲ ਰੱਖ ਦਈਏ, ਜਿੰਨਾ ਮਰਜ਼ੀ ਉਹਨਾਂ ਨੂੰ ਉਲਝਾਉਣ ਦਾ ਯਤਨ ਕਰੀਏ, ਜਿੰਨੀ ਮਰਜ਼ੀ ਰਮਜ਼ ਉਹਨਾਂ ਅੱਗੇ ਰੱਖ ਦਈਏ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਯੋਗ ਮਤ ਵਿੱਚ ਨਹੀਂ ਲਿਆਂਦਾ ਜਾ ਸਕਦਾ। ਇਸ ਲਈ ਇੱਕ ਗੱਲ ਤਾਂ ਤੁਸੀਂ ਪੱਲੇ ਬੰਨ ਲਓ ਗੋਰਖਨਾਥ ਜੀ, ਜੋ ਤੁਸੀਂ ਚਾਹੁੰਦੇ ਹੋ ਉਹ ਕਦੇ ਵੀ ਨਹੀਂ ਹੋਵੇਗਾ। ਜੇ ਹਮ ਤੇ ਲਗੋ ਹੋਵੇ ਸੋ ਤਬਲੇ ਉਪਦੇਸ਼ ਭਲੋ ਅਧਿਕਾਰੀ। ਹਾਂ ਜੇ ਸਾਡੇ ਤੋਂ ਲਗ ਦਾ ਅਰਥ ਲਘੂ ਛੋਟਾ, ਜੇ ਉਹ ਸਾਡੇ ਤੋਂ ਉਹਨਾਂ ਦੀ ਮੱਤ ਛੋਟੀ ਹੋਵੇ ਫਿਰ ਤੇ ਮੈਂ ਮਗਰ ਲਾ ਕੇ ਲਿਆਵਾਂ। ਜੇ ਉਹਨਾਂ ਦੀ ਕਮਾਈ ਸਾਡੇ ਤੋਂ ਛੋਟੀ ਹੋਵੇ, ਕਿਉਂਕਿ ਵੱਡੇ ਦਾ ਜ਼ੋਰ ਚੱਲ ਜਾਂਦਾ ਛੋਟੇ ਤੇ, ਇਸ ਲਈ ਅਸੀਂ ਆਪਣੀ ਵੱਡੀ ਕਮਾਈ ਦਾ ਦਾਅਵਾ ਕਰਕੇ ਉਹਨਾਂ ਨੂੰ ਕਹੀਏ ਤੁਹਾਡੀ ਕਮਾਈ ਸਾਡੇ ਨਾਲੋਂ ਛੋਟੀ ਹੈ ਤੇ ਅਸੀਂ ਆਪਣੇ ਉਪਦੇਸ਼ ਨਾਲ ਉਹਨਾਂ ਨੂੰ ਲੈ ਆਈਏ। ਪਰ ਗੱਲ ਤੇ ਇਹ ਹੈ ਵੀ ਸਾਡੀ ਕਮਾਈ ਉਹਨਾਂ ਅੱਗੇ ਫੇਲ ਹੋ ਰਹੀ ਹੈ। ਜਿੰਨੀ ਵੱਡੀ ਕਮਾਈ ਦੇ ਉਹ ਨੇ ਤੇ ਜਿਹੜੇ ਤੇਰੇ ਆ ਕੇ ਇਹ ਚੇਲੇ ਜੋਗੀ ਦੱਸ ਰਹੇ ਨੇ ਉਸ ਮੁਤਾਬਕ ਤੇ ਇਹੀ ਗੱਲ ਜਿਹੜੀ ਆ ਸਮਝ ਵਿੱਚ ਆਉਂਦੀ ਹੈ ਕਿ ਸਾਡੀ ਕੀਤੀ ਕਮਾਈ ਉਹਨਾਂ ਅੱਗੇ ਜਾ ਕੇ ਫੇਲ ਹੋ ਰਹੀ ਹੈ। ਇਸ ਲਈ ਗੋਰਖਨਾਥ ਜੀ ਜੇ ਉਹ ਸਾਡੇ ਨਾਲੋਂ ਘੱਟ ਹੋਣ ਕਿਸੇ ਕਮਾਈ ਵਿੱਚੋਂ, ਸਾਡੇ ਕੋਲ ਨਾਲੋਂ ਘੱਟ ਗਿਆਨ ਉਹਨਾਂ ਦੇ ਕੋਲ ਹੋਵੇ, ਫਿਰ ਤੇ ਮੈਂ ਉਪਦੇਸ਼ ਦੇ ਕੇ ਤੁਹਾਡੇ ਕੋਲ ਲੈ ਆਉਂਦਾ ਹਾਂ। ਹੋਏ ਜੋ ਧੀਰਗ ਕੇ ਸਭਨੇ ਪਿਤਾ ਗਿਆ ਵਿਪਰੀਤ ਸਰੀਤ ਵਿਚਾਰੀ। ਹੋਏ ਜੋ ਦੀਰਘ ਉਹ ਸਾਡੇ ਨਾਲੋਂ ਵੱਡੀ ਕਮਾਈ ਵਾਲਾ ਹੈ, ਦੀਰਘ ਦਾ ਅਰਥ ਹੁੰਦਾ ਵੱਡਾ, ਉਹ ਸਾਡੇ ਨਾਲੋਂ ਉਹਨਾਂ ਦੀ ਕਮਾਈ ਵੱਡੀ ਹੈ। ਕੈਸੇ ਬਣੇ ਵਿਦ, ਫਿਰ ਕਿਸ ਤਰ੍ਹਾਂ ਇਹ ਵਿਦ ਬਣੇਗੀ ਵੀ ਮੈਂ ਤੇਰੇ ਕੋਲ ਲਿਆਵਾਂ ਉਹਨਾਂ ਨੂੰ, ਜੇ ਲਿਆ ਕੇ ਕਹਾਂ ਵੀ ਯੋਗ ਮਾਰਗ ਅਪਣਾ ਲਓ, ਯੋਗ ਮਤ ਧਾਰਨ ਕਰ ਲਓ, ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂਕਿ ਉਹਨਾਂ ਦੀ ਕਮਾਈ ਸਾਡੀ ਕਮਾਈ ਨਾਲੋਂ ਵੱਡੀ ਹੈ। ਇਹ ਤਾਂ ਕਬੂਲਿਆ ਹੈ ਨਾ ਉਹਨਾਂ ਨੇ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਲਈ ਮੰਗਲਨਾਥ ਕਹਿੰਦਾ ਵਿਪਰੀਤ ਜੋ ਰੀਤ ਵਿਚਾਰੀ, ਇਹ ਵਿਚਾਰ ਤੁਹਾਡੀ ਵਿਪਰੀਤ ਹੈ, ਉਲਟਾ ਹੈ, ਇਹ ਵਿਚਾਰ ਗਲਤ ਹੈ। ਇਸ ਵਿਚਾਰ ਦੇ ਅਧੀਨ ਮੈਂ ਨਾਨਕ ਜੀ ਨੂੰ ਤੁਹਾਡੇ ਇਸ ਮਾਰਗ ਤੇ ਨਹੀਂ ਲਿਆ ਸਕਦਾ। ਜੋ ਪਟ ਬੀਜਨ ਕੇ ਪ੍ਰਕਾਸ਼ ਤੇ ਭਾਨ ਛਪਾਵਤ ਸੁਧ ਵਿਸਾਰੀ। ਇਹ ਤੇ ਇਦਾਂ ਹੋਏਗਾ ਵੀ ਜਿਵੇਂ ਜੁਗਨੂ ਹੈ ਨਾ, ਜੁਗਨੂ ਦੇ ਕੋਲ ਰੋਸ਼ਨੀ ਹੁੰਦੀ ਹੈ ਤੇ ਉਹ ਕਦੇ ਵੀ ਮੈਂ ਸੂਰਜ ਦੀ ਰੋਸ਼ਨੀ ਨੂੰ ਖਤਮ ਕਰਨਾ ਹੈ। ਇਹ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਸੂਰਜ ਦਾ ਪ੍ਰਕਾਸ਼ ਹੈ ਤੇ ਸੂਰਜ ਦੇ ਪ੍ਰਕਾਸ਼ ਅੱਗੇ ਜੁਗਨੂ ਆਖੇ ਵੀ ਮੇਰਾ ਪ੍ਰਕਾਸ਼ ਵੱਧ ਹੈ, ਇਹ ਉਹਦਾ ਭੁਲੇਖਾ, ਉਹਦਾ ਭਰਮ ਹੈ। ਜੁਗਨੂ ਕੋਲ ਜੋ ਚਾਨਣ ਹੈ ਉਹ ਸੂਰਜ ਦੇ ਤਾਂ ਬਰਾਬਰ ਤਾਂ ਕੀ ਹੈ, ਕੋਈ ਇੱਕ ਰੱਤੀ ਭਰ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ। ਇਸ ਲਈ ਸਾਡਾ ਜਿਹੜਾ ਸਾਡੇ ਕੋਲ ਜੋ ਗਿਆਨ ਹੈ ਉਹ ਤਾਂ ਜੁਗਨੂ ਦੀ ਤਰ੍ਹਾਂ ਹੈ, ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਕੋਲ ਗਿਆਨ ਹੈ ਉਹ ਸੂਰਜ ਦੀ ਤਰ੍ਹਾਂ। ਕਿਵੇਂ ਮੁਕਾਬਲਾ ਹੋਏਗਾ? ਰੋਜ਼ ਤੁਸੀਂ ਆਸਾ ਕੀ ਵਾਰ ਦੇ ਵਿੱਚ ਇੱਕ ਪੜ੍ਹਦੇ ਸੁਣਦੇ ਹੋ ਕਿ ਜਿਹੜਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੈ, ਜੋ ਪ੍ਰਕਾਸ਼ ਗੁਰਬਾਣੀ ਵਿੱਚ ਹੈ, ਉਹ ਤਾਂ ਸੂਰਜ ਕੋਲ ਵੀ ਨਹੀਂ ਹੈ। ਇੱਕ ਸੂਰਜ ਛੱਡੋ, ਹਜ਼ਾਰਾਂ ਵੀ ਸੂਰਜ ਹੋਰ ਆ ਜਾਣ, ਇੰਨਾ 1000 ਗੁਣਾ ਵਾਧਾ ਚਾਨਣ ਵਿੱਚ ਹੋ ਜਾਏ ਤਾਂ ਵੀ ਉਹ ਗੁਰਬਾਣੀ ਦੇ ਚਾਨਣ ਅੱਗੇ ਫੇਲ ਹੈ। ਜੇ 100 ਚੰਦਾ ਉਗ ਵਹਿ ਸੂਰਜ ਚੜ੍ਹੈ, 1000 ਕਿਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਲਈ ਕਹਿ ਰਿਹਾ ਵੀ ਇਹ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਜੁਗਨੂ ਕਹੇ ਵੀ ਮੈਂ ਸੂਰਜ ਦਾ ਮੁਕਾਬਲਾ ਕਰਨਾ ਹੈ, ਉਹ ਕਿਵੇਂ ਕਰ ਸਕਦਾ ਹੈ? ਗੋਰਖ ਬੈਨ ਭਨੇ ਸੁਣ ਕੇ ਤੁਮ ਕਹਿ ਸਮਝਾਵਤ ਸਿਧ ਨਿਆਰੀ। ਗੋਰਖਨਾਥ ਕਹਿੰਦਾ ਵੀ ਮੰਗਲਨਾਥ ਤੂੰ ਧੰਨ ਹੈ ਜੋ ਇਸ ਗੱਲ ਨੂੰ ਸਮਝ ਲਿਆ। ਬਾਕੀ ਸਾਰੇ ਸਿੱਧ ਜੋਗੀ ਜਿਹੜੇ ਆ ਵਾਰੀ ਗਏ ਨੇ, ਪਰ ਆਹ ਗੱਲ ਜਿਹੜੀ ਤੂੰ ਕਰ ਰਹੀ ਜਾਣ ਤੋਂ ਪਹਿਲਾਂ, ਬਾਕੀਆਂ ਨੇ ਤੇ ਮਿਲਣ ਤੋਂ ਬਾਅਦ ਆ ਕੇ ਗੱਲ ਕੀਤੀ ਹੈ ਨਾ, ਪਰ ਤੂੰ ਤੇ ਹਜੇ ਗਿਆ ਹੀ ਨਹੀਂ। ਪਰ ਤੂੰ ਜਾਣ ਤੋਂ ਪਹਿਲਾਂ ਇਹ ਗੱਲਾਂ ਜਿਹੜੀਆਂ ਕਰ ਰਿਹਾ ਹੈ ਸਭ ਉੱਥੇ ਆਖਿਆ ਕਹਿੰਦੇ ਸਿੱਧਨ ਨਿਆਰੇ, ਅਸਲ ਵਿੱਚ ਇਹਨਾਂ ਸਾਰੇ ਜੋਗੀਆਂ ਨਾਲੋਂ ਤੂੰ ਨਿਆਰਾ ਜੋਗੀ ਹੈ। ਧੰਨ ਤੁਮੇ ਸਭ ਜੋਗ ਲਾਇਕ ਹੈ ਮਨ ਤੇਜਨ ਮਨ ਵਿਸਾਰੇ। ਇਹ ਧੰਨ ਹੈ ਉਹ ਮੰਗਲਨਾਥ ਜੋਗੀ ਜਿਹਦੀ ਮਤ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਤ ਨੂੰ ਸਮਝ ਲਿਆ ਤੇ ਮਨ ਵਿੱਚੋਂ ਦੀ ਹੰਕਾਰ ਕੱਢ ਦਿੱਤਾ। ਮਤ ਨੇ ਸਮਝ ਲਿਆ ਤੇ ਮਨ ਨੇ ਹੰਕਾਰ ਦੂਰ ਕਰ ਦਿੱਤਾ। ਕਹਿੰਦੇ ਇਹ ਮੰਗਲਨਾਥ ਜੋਗੀ ਜਿਹੜਾ ਹੈ ਅਸਲ ਵਿੱਚ ਜੋਗ ਇਹਨੇ ਜੋ ਕਮਾਇਆ ਉਸ ਮੁਤਾਬਕ ਇਹਨੇ ਨਾਨਕ ਜੀ ਨੂੰ ਸਮਝ ਲਿਆ, ਇਸ ਲਈ ਇਹ ਧੰਨ ਹੈ। ਜਾਣ ਲਿਓ ਸਭ ਨਾਨਕ ਭੇਦ ਕੋ ਜੈਸੇ ਅਰੇ ਤੁਮ ਤੈਸੇ ਉਚਾਰੇ। ਕਹਿੰਦੇ ਜਾਣ ਲਿਆ ਤੂੰ ਨਾਨਕ ਜੀ ਦਾ ਭੇਦ, ਜਿਵੇਂ ਇਹਨਾਂ ਨੇ ਆ ਕੇ ਦੱਸਿਆ ਸਾਰਿਆਂ ਨੇ ਉਵੇਂ ਹੀ ਤੂੰ ਦੱਸਿਆ ਹੈ, ਔਰ ਕੋਈ ਸ਼ੱਕ ਨਹੀਂ। ਜੇ ਅਸੀਂ ਗੁਰੂ ਸਾਹਿਬ ਦੀ ਉਸਤਤ ਕਰੀਏ, ਵਡਿਆਈ ਕਰੀਏ, ਤੇ ਜੇ ਕੋਈ ਸੁਣ ਕੇ ਆਵੇਗਾ ਤੇ ਉਹ ਇਹ ਨਹੀਂ ਹੈ ਵੀ ਮੇਰੇ ਨਾਲ ਧੋਖਾ ਹੋ ਗਿਆ, ਉਹ ਇਹ ਨਹੀਂ ਕਹੇਗਾ ਵੀ ਮੈਨੂੰ ਸੁਣਾਇਆ ਕੁਝ ਹੋਰ ਸੀ ਤੇ ਪਰ ਦਿਖਾਇਆ ਕੁਝ ਹੋਰ ਹੈ। ਨਹੀਂ, ਜੈਸਾ ਸਤਿਗੁਰੂ ਸੁਣੀਗਾ ਤੈਸੋ ਹੀ ਮੈਂ ਢੀਰ, ਜੈਸਾ ਸੁਣਿਆ ਵੈਸਾ ਹੀ ਦੀਦਾਰ ਅੱਗੋਂ ਪਾਉਣ ਵਾਸਤੇ ਮਿਲੇਗਾ। ਇਹ ਨਹੀਂ ਕਿ ਸੁਣਾਇਆ ਕੁਝ ਹੋਰ ਹੈ ਤੇ ਦਿਖਾਇਆ ਕੁਝ ਹੋਰ ਹੈ। ਇਹ ਕਹਿਣ ਲੱਗੇ ਵੀ ਤੂੰ ਮੰਗਲਨਾਥ ਜੋ ਬਾਕੀ ਜੋਗੀਆਂ ਨੇ ਆ ਕੇ ਨਾਨਕ ਜੀ ਬਾਰੇ ਦੱਸਿਆ, ਤੂੰ ਸੇਮ ਉਸੇ ਤਰ੍ਹਾਂ ਹੀ ਉਚਾਰਨ ਕੀਤਾ ਹੈ। ਮਨ ਕੇ ਬਾਨ ਵਿਦੇ ਸਭ ਸਿੱਧ ਕਰੋ ਬਿਦ ਸੋ ਅਭਿਲਾਖ ਜੋ ਧਾਰੇ। ਇਹਨੇ ਬਾਣ ਦਾ ਅਰਥ ਹੁੰਦਾ ਤੀਰ, ਜੋ ਨਾਨਕ ਜੀ ਨੇ ਆਪਣੇ ਬੋਲਾਂ ਰਾਹੀਂ ਤੀਰ ਚਲਾਏ ਨੇ, ਅੱਜ ਜਿੰਨੇ ਮੈਂ ਭੇਜੇ ਸੀ ਸਾਰੇ ਹੀ ਉਹਦੇ ਤੀਰਾਂ ਨਾਲ ਵਿੰਨ ਕੇ ਆਏ ਨੇ। ਇਹ ਵਿੰਨੇ ਹੋਏ ਆਏ ਨੇ ਸਾਰੇ,
ਇਸ ਲਈ ਮੰਗਲਨਾਥ ਮੈਂ ਤੇਰੇ ਉੱਤੇ ਛੱਡਦਾ, ਜਿੱਦਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਉਸੇ ਤਰ੍ਹਾਂ ਕਰਨਾ ਕਰ। ਕੇਤਿਕ ਸਮਝਾਇਓ ਪਰ ਤਰੀ ਗੋਪੀ ਚੰਦ ਸਜਾਨ। ਕਹਿੰਦੇ ਨੇ ਕਈ ਜਿਹੜੇ ਨੇ ਉਹਨਾਂ ਨੇ ਸਮਝਾਇਆ, ਭਰਤਰੀ ਵਰਗੇ ਜਿਹੜੇ ਨੇ, ਗੋਪੀ ਚੰਦ ਵਰਗੇ ਨੇ, ਇਹ ਸਾਰਿਆਂ ਨੇ ਆ ਕੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਨਾਨਕ ਜੀ ਨੂੰ ਸਾਡੇ ਅੱਗੇ ਝੁਕਾਉਣਾ ਕੋਈ ਸੌਖੀ ਖੇਡ ਨਹੀਂ ਹੈ। ਉਹਨਾਂ ਨੂੰ ਜੋਗ ਮਤ ਵਾਲੇ ਰਸਤੇ ਤੇ ਲਿਆਉਣਾ ਸੌਖਾ ਨਹੀਂ ਹੋਵੇਗਾ। ਕਗੂ ਨਾਥ ਨ ਬੋਲਈ ਮੰਗਲ ਨਾਥ ਮਹਾਨ। ਕਹਿੰਦੇ ਆ ਘੁੱਗੂ ਨਾਥ ਵਰਗੇ ਤਾਂ ਬੋਲਦੇ ਹੀ ਨਹੀਂ ਕੁਝ, ਇਹ ਤਾਂ ਚੁੱਪ ਹੀ ਕਰ ਗਏ। ਇਸ ਲਈ ਮੰਗਲ ਨਾਥ ਜਿਹੜਾ ਇਹ ਤੂੰ ਮਹਾਨ ਹੈ। ਖੇਸੂ ਪੇਸੂ ਔਰ ਜੇ ਨਾ ਗਿਣਤੀ ਤੇ ਕੋਏ। ਇਹਦੇ ਹੋਰ ਵੀ ਬੜੇ ਜੋਗੀ ਬੈਠੇ ਹੋਏ ਨੇ, ਜਿਨ੍ਹਾਂ ਨੂੰ ਆਖਿਆ ਵੀ ਖੇਸੂ ਪੇਸੂ ਹੋਰ, ਆ ਜਿਹੜੇ ਖੇਸੂ ਪੇਸੂ ਨਾਥ ਹੋਰ ਬੈਠੇ ਹੋਏ ਨੇ, ਗਿਣਤੀ ਤੇ ਕੋਈ, ਇਹਨਾਂ ਦੀ ਗਿਣਤੀ ਕੌਣ ਕਰੇ। ਆਹ ਹਜੇ ਹੋਰ ਬਹੁਤ ਜੋਗੀ ਬੈਠੇ ਨੇ ਜਿਨ੍ਹਾਂ ਨੂੰ ਵਾਰੀ-ਵਾਰੀ ਗੋਰਖਨਾਥ ਭੇਜ ਸਕਦਾ ਹੈ। ਕਹਿੰਦੇ ਆ ਖੇਸੂ ਪੇਸੂ ਹੋਰ ਵੀ ਬੈਠੇ ਹਨ। ਗੋਰਖ ਅਸਬਿਤ ਬਨ ਕੇ ਬੈਸਿਓ ਤੁਸਨ ਹੋਏ। ਬਸ ਇੰਨੀ ਗੱਲ ਗੋਰਖਨਾਥ ਨੇ ਕੀਤੀ, ਮੰਗਲਨਾਥ ਤੂੰ ਮਹਾਨ ਹੈ। ਜਿੰਨੇ ਵੀ ਜੋਗੀ ਵਾਰੀ-ਵਾਰੀ ਮੈਂ ਭੇਜੇ ਨੇ, ਗੋਪੀ ਚੰਦ ਵਰਗੇ, ਭਰਤਰੀ ਵਰਗੇ, ਇਹ ਜਿੰਨੇ ਵੀ ਈਸ਼ਰ ਵਰਗੇ ਭੇਜੇ ਨੇ, ਲੰਗਰਨਾਥ, ਭੰਗਰਨਾਥ ਸਾਰੇ ਭੇਜੇ ਨੇ, ਇਹਨਾਂ ਨੇ ਜੋ ਆ ਕੇ ਮੈਨੂੰ ਨਾਨਕ ਜੀ ਬਾਰੇ ਸੁਣਾਇਆ ਉਹ ਤੂੰ ਮੈਨੂੰ ਦੱਸ ਰਿਹਾ ਹੈ, ਹੂਬਹੂ ਉਸੇ ਤਰ੍ਹਾਂ ਦੱਸ ਰਿਹਾ। ਜਿੱਦਾਂ ਦੇ ਗੁਣ ਉਹਨਾਂ ਨੇ ਦੱਸੇ ਸੀ ਉਦਾਂ ਦੇ ਗੁਣ ਤੂੰ ਪਹਿਲਾਂ ਹੀ ਸਮਝ ਗਿਆ, ਤੂੰ ਮਹਾਨ ਹੈ। ਨਹੀਂ ਤਾਂ ਖੇਸੂ ਪੇਸੂ ਵਰਗੇ ਹੋਰ ਬੜੇ ਬੈਠੇ ਆ। ਇਸ ਲਈ ਮੰਗਲਨਾਥ ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਨਾਨਕ ਜੀ ਦੇ ਕੋਲ ਜਾ। ਇੰਨੀ ਗੱਲ ਕਹਿ ਕੇ ਕਹਿੰਦੇ ਨੇ ਵੈਸੇ ਉਹ ਟੂਸ਼ਨ ਹੋਏ, ਗੋਰਖਨਾਥ ਚੁੱਪ ਕਰਕੇ ਬੈਠ ਗਿਆ। ਉਤ ਜੋ ਕਰਤ ਵਿਚਾਰ ਕੋ ਇਤ ਸ੍ਰੀ ਨਾਨਕ ਸੰਗ। ਉਤ ਦਾ ਅਰਥ ਹੁੰਦਾ ਉਧਰ ਜੋਗੀਆਂ ਵਾਲਾ ਪਾਸਾ, ਸੁਮੇਰ ਪਰਬਤ ਦੀ ਉਸ ਚੋਟੀ ਤੇ ਜਿੱਥੇ ਇਹਨਾਂ ਨੇ ਆਪਣਾ ਡੇਰਾ ਲਾਇਆ। ਔਰ ਇਹ ਦਾ ਅਰਥ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ, ਜਿੱਥੇ ਆਪਣੇ ਸਾਥੀਆਂ ਦੇ ਨਾਲ ਬਿਰਾਜਮਾਨ ਹਨ। ਬੋਲਿਓ ਮਰਦਾਨਾ ਤਬੇ ਚੜਿਓ ਮੇਰੇ ਤੰਗ। ਉਸੇ ਵੇਲੇ ਭਾਈ ਮਰਦਾਨਾ ਜੀ ਬੋਲੇ। ਹੁਣ ਕਵੀ ਜੀ ਕਹਿੰਦੇ ਆਪਣੀ ਸੁਰਤ ਨਾਨਕ ਜੀ ਵੱਲ ਲੈ ਚਲੀਏ। ਉਧਰ ਗੋਰਖਨਾਥ ਮੰਗਲਨਾਥ ਨੂੰ ਇੰਨੀ ਗੱਲ ਕਹਿ ਕੇ ਚੁੱਪ ਕਰ ਗਿਆ ਕਿ ਤੂੰ ਜਾ, ਜੋ ਤੂੰ ਉੱਥੇ ਜਾ ਕੇ ਕਰੇਗਾ ਠੀਕ ਹੈ, ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ। ਇੱਧਰ ਕਹਿੰਦੇ ਨੇ ਭਾਈ ਮਰਦਾਨਾ ਜੀ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਹੁਣ ਸੁਮੇਰ ਪਰਬਤ ਕਿਹੜਾ ਦੂਰ ਹੈ, ਨੇੜੇ ਤੇ ਆਪਾਂ ਪਹੁੰਚ ਗਏ ਹਾਂ। ਹੁਣ ਉੱਠ ਕੇ ਜੇ ਤੁਹਾਡਾ ਹੁਕਮ ਹੋਵੇ ਤੇ ਚਲੀਏ ਆਪਾਂ ਕਿ ਸੁਮੇਰ ਪਰਬਤ ਦੀ ਚੋਟੀ ਤੇ ਪਹੁੰਚਣਾ ਕਰੀਏ। ਕੇਤਿਕ ਕਾਲ ਅਬਿਲੋਕੀ ਹੈ ਗਮਨੇ ਮੋਰ ਸੁਮੇਰ। ਜੀ ਆ ਸੁਮੇਰ ਪਰਬਤ ਤਾਂ ਆ ਗਿਆ, ਹੁਣ ਆਪਾਂ ਚੱਲ ਕੇ ਥੋੜਾ ਜਿਹਾ ਸਫ਼ਰ ਰਹਿ ਗਿਆ, ਇਹ ਵੀ ਤੈਅ ਕਰਕੇ ਉਹਨੂੰ ਦੇਖ ਲਈਏ। ਰਹੇ ਸਿੱਧ ਆਪਨ ਕਛੂ ਬੰਦੇ ਮਨ ਕਨੇਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਥੋੜਾ ਸਮਾਂ ਸਬਰ ਕਰ, ਹੁਣ ਤੇ ਆਪਾਂ ਪਹੁੰਚ ਗਏ ਆ ਨੇੜੇ, ਥੋੜਾ ਸਮਾਂ ਹੋਰ ਸਬਰ ਕਰ, ਹਜੇ ਹੋਰ ਜੋਗੀ ਆਉਂਦੇ ਹੋਣੇ ਆ, ਹੋਰ ਜਿਹੜੇ ਨੇ ਉਹ ਮਾਣ ਤੇ ਹੰਕਾਰ ਦੇ ਨਾਲ ਭਰੇ ਆਉਂਦੇ ਹੋਣੇ ਆ, ਵੱਧ ਐ ਝਗੜਾ ਕਰਨ ਵਾਸਤੇ ਸਾਡੇ ਨਾਲ, ਉਵੇਂ ਦੀ ਬੋਲੀ ਜਿਹੜੀ ਆ ਉਹ ਬੋਲਣ ਵਾਸਤੇ ਆਉਂਦੇ ਹੋਣਗੇ। ਆਇਓ ਗੇ ਮੰਗਲਨਾਥ ਤਬੇ ਡਿਕ ਬੈਠ ਆਦੇਸ਼ ਕਈ ਕਰ ਬੰਧੂ। ਅਜੇ ਗੁਰੂ ਸਾਹਿਬ ਜੀ ਨੇ ਇੰਨੀ ਗੱਲ ਕਹੀ ਸੀ, ਉਧਰੋਂ ਮੰਗਲਨਾਥ ਤੁਰਿਆ ਆਉਂਦਾ। ਪਰ ਬਾਕੀਆਂ ਦੇ ਨਾਲੋਂ ਇਹਦੇ ਆਉਣ ਵਿੱਚ ਫਰਕ ਹੈ। ਜਿਹੜੇ ਪਹਿਲਾਂ ਆਏ ਨੇ ਉਹ ਹੰਕਾਰ ਵਿੱਚ, ਕ੍ਰੋਧ ਵਿੱਚ ਆਏ ਨੇ, ਪਰ ਇਹ ਹੰਕਾਰ ਤੇ ਕ੍ਰੋਧ ਵਿੱਚ ਨਹੀਂ, ਇਹ ਪਿਆਰ ਦੇ ਵਿੱਚ ਆਇਆ। ਕਹਿੰਦੇ ਆਇਆ ਮੰਗਲਨਾਥ, ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਪਿਆਰ ਦੇ ਨਾਲ ਆਦੇਸ਼ ਨਮਸਕਾਰ ਕਰਦਾ ਹੈ। ਦਵੈਦਿਸ਼ ਪਾਇਨ ਕੋ ਪਰਸੇ ਕਰ ਕੀਨ ਬਡੋਸਨ ਮਨ ਮੁਕੰਦੂ। ਦੋਵੇਂ ਪੈਰਾਂ ਨੂੰ ਸਪਰਸ਼ ਕੀਤਾ ਮੰਗਲਨਾਥ ਨੇ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਕਹਿੰਦੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਨਮਾਨ ਦੇ ਕੇ ਮੁਕੰਦੀ ਭਾਵ ਮੁਕਤੀ ਦੇ ਦਾਤਾ ਜੀ ਨੂੰ ਇਹਨੇ ਨਮਸਕਾਰ ਕੀਤੀ ਹੈ। ਪ੍ਰੀਤ ਬਦੀ ਅਬਿਲੋਕਤ ਲੋਚਨ ਬਾਨਿਓ ਹਿਰਦੇ ਮੇ ਪੂਰ ਅਨੰਦੂ। ਜਦੋਂ ਅਵਲੋਕਤ ਗੁਰੂ ਨਾਨਕ ਸਾਹਿਬ ਜੀ ਦਾ ਰੂਹਾਨੀ ਚਿਹਰਾ ਦੇਖਿਆ, ਜਦੋਂ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ, ਕਿਉਂਕਿ ਸੁਣਿਆ ਸੀ ਨਾ ਬਹੁਤ ਬਾਕੀ ਜੋਗੀਆਂ ਕੋਲੋਂ, ਜੋ ਸਮਝਿਆ ਸੀ ਵੈਸਾ ਹੀ ਆ ਕੇ ਦੀਦਾਰ ਕੀਤਾ। ਤੇ ਜਦੋਂ ਦੀਦਾਰ ਦੇਖੋ, ਇਹ ਸਾਡੀ ਭਾਵਨਾ ਤੇ ਡਿਪੈਂਡ ਕਰਦਾ ਵੀ ਅਸੀਂ ਗੁਰੂ ਸਾਹਿਬ ਦੇ ਦਰ ਤੇ ਕਿਸ ਭਾਵਨਾ ਨਾਲ ਆਏ ਹਾਂ। ਜਿੱਦਾਂ ਦੀ ਭਾਵਨਾ ਨਾਲ ਆਓਗੇ ਅੱਗੋਂ ਦਰਸ਼ਨ ਵੀ ਉਸੇ ਭਾਵਨਾ ਨਾਲ ਹੀ ਹੋਣਾ ਹੈ। ਜਿਸ ਤਰ੍ਹਾਂ ਦੀ ਸ਼ਰਧਾ ਭਰੋਸਾ ਪਿਆਰ ਰੱਖ ਕੇ ਆਵਾਂਗੇ ਅੱਗੋਂ ਦਰਸ਼ਨ ਦੀਦਾਰੇ ਵੀ ਉਸੇ ਪਿਆਰ ਵਿੱਚ ਹੋਣੇ ਆ। ਕਹਿੰਦੇ ਇਹਨੇ ਜਦੋਂ ਗੁਰੂ ਸਾਹਿਬ ਜੀ ਦੇ ਚਰਨੀ ਹੱਥ ਲਾ ਕੇ ਗੁਰੂ ਸਾਹਿਬ ਵੱਲ ਵੇਖਿਆ ਤੇ ਸੱਜ ਜਾਣਿਓ ਤਨ ਮਨ ਹੋਏ ਨਿਹਾਲ, ਜਾ ਗੁਰੂ ਦੇਖਾ ਸਾਹਮਣੇ। ਜਦੋਂ ਇਹਨੇ ਦੇਖਿਆ ਅਵਲੋਕਤ ਪ੍ਰੀਤ ਬਦੀ ਪ੍ਰੇਮ ਨਾਲ ਭਿੱਜੇ ਹੋਏ ਨੇ, ਜਦੋਂ ਗੁਰੂ ਨਾਨਕ ਸਾਹਿਬ ਜੀ ਵੱਲ ਵੇਖਿਆ ਕਹਿੰਦੇ ਬਸ ਅੰਦਰ ਕੀ ਹੋਇਆ, ਆਨੰਦ ਹੀ ਆਨੰਦ ਹੋ ਗਿਆ, ਅੰਦਰ ਖੁਸ਼ੀ, ਹਿਰਦੇ ਦੇ ਅੰਦਰ ਖੇੜਾ ਇਹਦੇ ਬਣ ਗਿਆ। ਜੋ ਘਰ ਕੇ ਮਿਲ ਆਪਸ ਵਿੱਚ ਬਜਾਏ ਭਿਖਨ ਸੋਰਕ ਨੰਦੂ। ਕਹਿੰਦੇ ਜਿਸ ਤਰ੍ਹਾਂ ਭਵੀਖਨ ਨੇ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਕੇ ਜੋ ਖੁਸ਼ੀ ਮਹਿਸੂਸ ਕੀਤੀ ਨਾ, ਕਿੰਨੀ ਖੁਸ਼ੀ ਹੋਈ, ਇਸੇ ਤਰ੍ਹਾਂ ਇਹ ਜਿਹੜਾ ਮੰਗਲਨਾਥ ਹੈ ਇਹ ਨਾਨਕ ਜੀ ਦੇ ਦਰਸ਼ਨ ਕਰਕੇ ਅੰਦਰ ਹਿਰਦਾ ਖੁਸ਼ੀ ਨਾਲ ਭਰ ਗਿਆ ਕਿ ਵਾਕਈ ਜਿਹੜੀ ਗੱਲ ਮੈਂ ਗੋਰਖਨਾਥ ਨੂੰ ਕੀਤੀ ਸੀ ਉਹ ਗਲਤ ਨਹੀਂ ਸੀ। ਵਾਕਈ ਜੋ ਗੁਰੂ ਨਾਨਕ ਸਾਹਿਬ ਜੀ ਬਾਰੇ ਮੈਂ ਗੋਰਖਨਾਥ ਨੂੰ ਦੱਸ ਕੇ ਆਇਆ ਉਹਦੇ 'ਚ ਕੋਈ ਵੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਕਹਿੰਦੇ ਬਹੁਤ ਪ੍ਰਸੰਨ ਮੰਗਲਨਾਥ ਹੋਇਆ ਹੈ। ਮੰਗਲਨਾਥ ਨੇ ਬੈਨ ਭਰੇ ਕੇ ਤਾਰਤ ਅਬਿਲੋਕਤ ਰੂਪਾ। ਦੋਵੇਂ ਹੱਥ ਜੋੜ ਕੇ ਆਖਿਆ ਨਾਨਕ ਜੀ ਅਵਲੋਕਤ ਰੂਪਾ, ਤੁਹਾਡਾ ਇਹ ਰੂਹਾਨੀ ਰੂਪ ਵੇਖ ਕੇ, ਤੁਹਾਡਾ ਇਹ ਰੂਹਾਨੀ ਜਿਹੜਾ ਉਹ ਚਿਹਰਾ ਵੇਖ ਕੇ ਆਪ ਜੀ ਦੇ ਦੀਦਾਰ ਕਰਕੇ ਮੈਂ ਕਿਰਤਾਰਥ ਹੋ ਗਿਆ, ਮੈਂ ਨਵਾਜਿਆ ਗਿਆ ਹਾਂ, ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ। ਜਾਨਤ ਕੋਨੇ ਚ ਭਾਗ ਮਹਾਨ ਮਿਲਾ ਪ੍ਰਭ ਕੋ ਅਵਤਾਰ ਅਨੁਪਾ। ਤੁਹਾਡੇ ਦਰਸ਼ਨ ਕਰਕੇ ਮੈਨੂੰ ਇਦਾਂ ਲੱਗਦਾ ਜਿਵੇਂ ਅੱਜ ਮੇਰੇ ਭਾਗ ਵੱਡੇ ਹੋ ਗਏ ਨੇ, ਮੈਂ ਵੱਡੇ ਭਾਗਾਂ ਵਾਲਾ ਹੋ ਗਿਆ, ਮੇਰੇ ਭਾਗ ਚੰਗੇ ਨੇ ਜੋ ਆਪ ਜੀ ਦੇ ਦੀਦਾਰ ਕੀਤੇ, ਕਿਉਂਕਿ ਪ੍ਰਭ ਕੋ ਅਵਤਾਰ ਅਨੁਪਾ, ਤੁਸੀਂ ਪ੍ਰਭੂ ਦਾ ਅਵਤਾਰ ਹੋ। ਅਨੁਪਾ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਤੁਹਾਡਾ ਰੂਪ ਰੰਗ ਵੇਖ ਕੇ, ਤੁਹਾਡੀ ਰੂਹਾਨੀਅਤ ਵੇਖ ਕੇ ਜੋ ਮੈਨੂੰ ਸਮਝ ਆਈ ਹੈ ਕਿ ਤੁਸੀਂ ਪ੍ਰਭੂ ਦਾ ਅਵਤਾਰ ਹੋ, ਤੇ ਤੁਹਾਡੀ ਉਪਮਾ ਇਸ ਰਸਨਾ ਤੋਂ ਨਹੀਂ ਕੀਤੀ ਜਾ ਸਕਦੀ। ਅੱਜ ਭਇਓ ਸਫਲਾ ਸਭ ਜੋਗ ਪੇ ਗੋਚਨ ਧਿਆਨ ਕੇ ਅਕੇ ਰੂਪਾ। ਅਸੀਂ ਇੰਨੀਆਂ ਸਮਾਧੀਆਂ ਲਾਉਂਦੇ ਰਹੇ, ਇੰਨੇ ਯੋਗ ਮਤ ਅਨੁਸਾਰ ਯੋਗ ਸਾਧਨਾਵਾਂ ਕਰਦੇ ਰਹੇ, ਪਰ ਅੱਜ ਤੁਹਾਡੇ ਦੀਦਾਰ ਕਰਕੇ ਇਦਾਂ ਲੱਗਦਾ ਵੀ ਜਿਵੇਂ ਮੇਰਾ ਯੋਗ ਸਾਧਨਾਵਾਂ ਕੀਤੀਆਂ ਸਫਲ ਹੋ ਗਈਆਂ। ਮੈਂ ਇੰਨੇ ਸਾਲ ਗੁਰੂ ਗੋਰਖਨਾਥ ਨੂੰ ਗੁਰੂ ਮੰਨ ਕੇ ਜੋ ਆਸਣ ਲਾਉਂਦੇ ਰਹੇ, ਸਾਧਨਾਵਾਂ ਕਰਦੇ ਰਹੇ, ਇਹ ਸਾਰੀਆਂ ਦੀਆਂ ਸਾਰੀਆਂ ਮੇਰੀਆਂ ਯੋਗ ਸਾਧਨਾਵਾਂ ਸਫਲ ਹੋ ਗਈਆਂ ਕਿਵੇਂ? ਤੁਹਾਡੇ ਦਰਸ਼ਨ ਕਰਕੇ। ਮੈਨੂੰ ਅੱਜ ਤੁਹਾਡੇ ਜੋ ਦੀਦਾਰ ਹੋਏ ਹਨ। ਸੰਤ ਸਹਾਇਕ ਦਪਨ ਕਾਇਕ ਭੋਗਤ ਦਾਇਕ ਜੇ ਪਵ ਕੂਪਾ। ਹੁਣ ਜਿਹਨੂੰ ਜੋ ਸਮਝ ਆਏਗੀ ਉਹ ਉਸੇ ਤਰ੍ਹਾਂ ਹੀ ਬਿਆਨ ਕਰੇਗਾ। ਕਹਿੰਦੇ ਜਦੋਂ ਇਹਨੂੰ ਸਮਝ ਆਈ, ਕਹਿੰਦੇ ਸੰਤ ਸਹਾਇਕ, ਜਿੱਥੋਂ ਤੱਕ ਮੰਗਲਨਾਥ ਕਹਿੰਦਾ ਵੀ ਮੈਂ ਆਪ ਜੀ ਨੂੰ ਸਮਝ ਪਾ ਰਿਹਾ, ਤੁਸੀਂ ਆਪਣੇ ਪਿਆਰਿਆਂ ਦੇ ਸਹਾਈ ਹੋਣ ਵਾਲੇ ਹੋ। ਜਿਹੜੇ ਤੁਹਾਡੇ ਚਰਨਾਂ ਵਿੱਚ ਪਿਆਰ ਨਾਲ ਭਿੱਜ ਕੇ ਜੁੜਨ ਵਾਲੇ ਹੋਣਗੇ ਉਹ ਤਾਂ ਤੁਹਾਡੀ ਕਮੀ ਕਦੇ ਮਹਿਸੂਸ ਨਹੀਂ ਕਰਦੇ ਹੋਣਗੇ, ਉਹ ਤਾਂ ਕਹਿੰਦੇ ਹੋਣਗੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੁਸੀਂ ਆਪਣੇ ਪਿਆਰਿਆਂ ਦੇ ਸਦਾ ਸਹਾਈ ਹੋਣ ਵਾਲੇ ਹੋ। ਦੰਬਨ ਕਾਇਕ, ਤੁਸੀਂ ਪਖੰਡ ਦਾ ਨਾਸ਼ ਕਰਨ ਵਾਲੇ ਹੋ। ਹਾਲਾਂਕਿ ਮੰਗਲਨਾਥ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਦੇ ਨਹੀਂ ਮਿਲਿਆ, ਪਰ ਪਹਿਲਾਂ ਹੀ ਪਿਆਰ ਭਾਵਨਾ ਨਾਲ ਭਿੱਜ ਕੇ ਦੀਦਾਰ ਕੀਤਾ ਤੇ ਅੰਦਰ ਦੇ ਕਪਾਟ ਖੁੱਲ ਗਏ। ਸਮਝ ਆ ਗਈ ਵੀ ਮੈਂ ਕਿਹਦਾ ਦੀਦਾਰ ਕਰ ਰਿਹਾ, ਕਿਹਦੇ ਹੱਥ ਜੋੜ ਕੇ ਬੇਨਤੀ ਕਰਾਂ, ਸਾਨੂੰ ਤੁਹਾਨੂੰ ਸਮਝ ਆ ਜਾਏ ਅਸੀਂ ਕਿਹੜੀ ਬਾਣੀ ਪੜ੍ਹਦੇ ਹਾਂ, ਸਾਨੂੰ ਸਮਝ ਆ ਜਾਏਗੀ ਅਸੀਂ ਕਿਹੜੀ ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਗਾ ਰਹੇ ਹਾਂ। ਜੇ ਅੰਦਰ ਭਾਵਨਾ ਐਸੀ ਹੋਏਗੀ ਤਾਂ ਪਤਾ ਲੱਗੇਗਾ। ਨਹੀਂ ਤਾਂ ਲੋਕ ਜਾਣੇ
ਇਹ ਗੀਤ ਹੈ, ਗੀਤ ਤਰ੍ਹਾਂ ਗਾ ਰਹੇ ਹਾਂ, ਗੀਤ ਤਰ੍ਹਾਂ ਸੁਣ ਰਹੇ ਹਾਂ, ਗੀਤ ਤਰ੍ਹਾਂ ਪੜ੍ਹ ਰਹੇ ਹਾਂ, ਕਿਉਂਕਿ ਅਸੀਂ ਸਮਝਿਆ ਹੀ ਗੀਤ ਹੈ। ਇਹ ਤਾਂ ਬ੍ਰਹਮ ਵਿਚਾਰ, ਇਹ ਤੇ ਬ੍ਰਹਮ ਦੀ ਵਿਚਾਰ ਹੈ। ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਕਿਸੇ ਦੇ ਘਰ ਦੇ ਵਿੱਚ ਉਹਨਾਂ ਦੇ ਬੱਚੀ ਦਾ ਵਿਆਹ ਸੀ ਤੇ ਉਹਨਾਂ ਨੇ ਮਨ ਬਣਾਇਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸ਼ਾਇਦ ਅੱਗੇ ਜ਼ਿਕਰ ਕੀਤਾ ਸੀ ਜਾਂ ਕਈ ਵਿਦਵਾਨਾਂ ਪਾਸੋਂ ਤੁਸੀਂ ਸੁਣਿਆ ਹੋਵੇਗਾ ਤੇ ਚਲੋ ਅਸੀਂ ਆਪਣੀ ਬੱਚੀ ਦਾ ਆਨੰਦ ਕਾਰਜ ਹੋਰ ਰਸਮਾਂ ਨਾਲ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਨਾ ਹੈ। ਉਹ ਦਿਨ ਆ ਗਿਆ, ਸਮਾਂ ਆ ਗਿਆ, ਘਰ ਵਿੱਚ ਗੁਰੂ ਸਾਹਿਬ ਜੀ ਜਦੋਂ ਲੈ ਕੇ ਆਏ ਤੇ ਜਿਹੜੇ ਉਹ ਪੇਕਾ ਪਰਿਵਾਰ ਸੀ ਨਾ, ਉਸ ਬੱਚੀ ਦੀ ਮਾਤਾ ਜੀ ਦਾ ਜਿਹੜਾ ਪਰਿਵਾਰ ਸੀ, ਨਾਨਕਾ ਪਰਿਵਾਰ ਕਹਿ ਲਓ, ਉਹਨਾਂ ਨੇ ਵਿਰੋਧ ਕਿਆ ਕਰ ਦਿੱਤਾ ਵੀ ਅਸੀਂ ਤੇ ਆਪਣੀ ਮੁਤਾਬਕ ਜਿਹੜੇ ਵਿਵਾਹ ਆਪਣੀ ਬੱਚੀ ਦਾ ਕਰਨਾ ਹੈ, ਅਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਨਾ। ਵੀ ਜਿਵੇਂ ਤੁਸੀਂ ਲੈ ਕੇ ਆਏ ਹੋ ਉਵੇਂ ਹੀ ਵਾਪਸ ਜਿਹੜਾ ਉਹ ਤੁਸੀਂ ਲੈ ਜਾਓ। ਉਹ ਕਹਿੰਦੇ ਮੇਰੇ ਮਨ ਨੂੰ ਬੜੀ ਗਹਿਰੀ ਚੋਟ ਲੱਗੀ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਘਰ ਕੌਣ ਆਇਆ, ਵੀ ਅਸੀਂ ਆਪਣੀ ਰਿਸ਼ਤੇਦਾਰੀ ਬਰਾਦਰੀ ਦੇਖਦਿਆਂ ਹੋਇਆਂ ਗੁਰੂ ਤੋਂ ਮੁੱਖ ਮੋੜਨ ਲੱਗੇ ਹਾਂ। ਕਹਿੰਦੇ ਪ੍ਰਕਾਸ਼ ਕੀਤਾ, ਹੁਕਮ ਲਿਆ ਔਰ ਉਹਨਾਂ ਨੂੰ ਕੋਲ ਦੋਵਾਂ ਨੂੰ ਬਿਠਾ ਲਿਆ, ਉਸ ਬੱਚੀ ਦੇ ਮਾਤਾ ਪਿਤਾ ਦੋਵਾਂ ਨੂੰ ਬਿਠਾ ਲਿਆ। ਉਹ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਤੁਹਾਡੇ ਘਰ ਕੌਣ ਆਇਆ? ਕਹਿੰਦੇ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਆਇਆ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਘਰ ਦੇ ਵਿੱਚ 10 ਪਾਤਸ਼ਾਹੀਆਂ ਦੀ ਜੋਤ ਆਈ ਹੈ ਤੇ ਤੁਸੀਂ ਆ ਪਰਿਵਾਰ ਦੇ ਮਗਰ ਲੱਗ ਕੇ ਤੇ ਗੁਰੂ ਨੂੰ ਤੋਂ ਬੇਵਕੂਫ ਹੋਣ ਲੱਗੇ ਹੋ। ਜਦੋਂ ਉਹਨਾਂ ਨੇ ਕਹਿੰਦੇ ਨੇ ਐਸੀਆਂ ਵਿਚਾਰਾਂ ਉਹਨਾਂ ਦੇ ਸਨਮੁਖ ਰੱਖੀਆਂ ਤੇ ਉਹਨਾਂ ਹੱਥ ਜੋੜ ਕੇ ਆਖਿਆ ਭਾਈ ਸਾਹਿਬ ਜੇ ਸਾਡੀ ਬੱਚੀ ਦਾ ਆਨੰਦ ਕਾਰਜ ਹੋਏਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੋਏਗਾ। ਔਰ ਰਿਸ਼ਤੇਦਾਰ ਰੁੱਸਦੇ ਰੁੱਸ ਜਾਣ, ਜੇ ਕੋਈ ਆਪਣਾ ਰੁੱਸ ਕੇ ਜਾਂਦਾ ਰੁੱਸ ਜਾਏ, ਪਰ ਜਿਹੜਾ ਗੁਰੂ ਘਰ ਵਿੱਚ ਆਇਆ ਸੀ ਉਹਨੂੰ ਨਹੀਂ ਰੁੱਸਣਾ। ਹਾਲਾਂਕਿ ਗੁਰੂ ਨਹੀਂ ਰੁੱਸਦਾ, ਇੱਥੇ ਸਾਡਾ ਮਨ ਦਾ ਇੱਕ ਵਹਿਮ ਨਹੀਂ ਹੈ ਨਾ ਵੀ ਗੁਰੂ ਰੁੱਸ ਜਾਏਗਾ। ਗੁਰੂ ਤਾਂ ਮਿੱਠ ਬੋਲੜਾ ਹੈ। ਗੁਰੂ ਦੇ ਉਦੋਂ ਨਹੀਂ ਰੁੱਸਿਆ ਜਦੋਂ ਤਤੀ ਤਵੀ ਤੇ ਬਿਠਾਇਆ। ਗੁਰੂ ਦੇ ਉਦੋਂ ਨਹੀਂ ਰੁੱਸਿਆ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਉਹ ਸਫ਼ਰ ਤੈਅ ਕਰਦੇ ਆ ਆਪਣੇ ਪਰਿਵਾਰ ਨੂੰ ਵਾਰਦੇ ਆ। ਗੁਰੂ ਸਾਹਿਬ ਦੇ ਉਦੋਂ ਨਹੀਂ ਰੁੱਸਿਆ ਜਦੋਂ ਭਾਈ ਗੁਲਾਬੋ ਤੇ ਪੰਜਾਬੋਂ ਨੇ ਆਖਿਆ ਸੀ ਮਹਾਰਾਜ ਜਿੰਨਾ ਛੇਤੀ ਹੋਵੇ ਮੇਰੇ ਘਰੋਂ ਬਾਹਰ ਚਲੇ ਜਾਓ, ਮੈਨੂੰ ਆਪਣੇ ਪਰਿਵਾਰ ਦਾ ਖਤਰਾ ਪੈ ਗਿਆ। ਉਦੋਂ ਨਹੀਂ ਮਹਾਰਾਜ ਰੁੱਸੇ। ਭਾਵ ਕਿ ਜਦੋਂ ਉਹਨਾਂ ਨੂੰ ਸਮਝਾਇਆ, ਉਹਨਾਂ ਨੇ ਉਸ ਭਾਵਨਾ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਿਆ, ਉਹਨਾਂ ਆਖਿਆ ਜੇ ਆਨੰਦ ਕਾਰਜ ਹੋਣਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ। ਹੁਣ ਜੈਸੀ ਭਾਵਨਾ ਲੈ ਕੇ ਮੰਗਲਨਾਥ ਆਇਆ ਸੀ, ਵੈਸੀ ਭਾਵਨਾ ਦੇ ਨਾਲ ਜਿਹਨੂੰ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਹੋਏ ਤੇ ਜਦੋਂ ਹੋਏ ਕੀ ਕਹਿੰਦਾ ਹੈ, ਸੰਤ ਸਹਾਇਕ ਦੰਭ ਘਾਇਕ, ਤੁਸੀਂ ਪਖੰਡੀਆਂ ਦਾ ਨਾਸ਼ ਕਰਨ ਵਾਲੇ ਹੋ। ਗੱਦ ਦਾਇਕ ਜੇ ਭਵ ਕੂਪਾ, ਕੂਪਾ ਕਹਿੰਦੇ ਖੂਹ ਨੂੰ, ਜਿਹੜੇ ਖੂਹ ਵਿੱਚ ਡਿੱਗਦੇ ਆ ਨਾ ਉਹਨਾਂ ਨੂੰ ਤੁਸੀਂ ਕੱਢ ਕੇ ਉਹਨਾਂ ਨੂੰ ਭਵਜਲ ਤੋਂ ਪਾਰ ਕਰਾਉਣ ਵਾਲੇ ਹੋ। ਤੁਸੀਂ ਹੀ ਆਪ ਨਿਰੰਕਾਰ ਦਾ ਰੂਪ ਹੋ। ਸ਼੍ਰੀ ਗੁਰੂ ਭਗਤ ਧੰਨ ਸਭ ਸਿੱਧਨ ਅੰਤ ਤੁਮ ਰੀਤੀ। ਗੁਰੂ ਮਹਾਰਾਜ ਜੀ ਕਹਿੰਦੇ ਮੰਗਲਨਾਥ ਤੂੰ ਧੰਨ ਹੈ। ਜਿਹੜੇ ਪਹਿਲਾਂ ਆਏ ਸੀ ਜੋਗੀ ਜੋਗ ਮਤ, ਉਹਨਾਂ ਨੇ ਵੀ ਉਹੀ ਧਾਰਨ ਕੀਤਾ ਜਿਹੜਾ ਤੂੰ ਕੀਤਾ। ਉਹ ਜੋਗ ਮਤ ਦੇ ਉੱਤੇ ਆਸਣ ਉਹ ਵੀ ਉਹੀ ਲਾਉਂਦੇ ਰਹੇ ਆ ਜਿਹੜਾ ਤੂੰ ਲਾਉਂਦਾ ਰਿਹਾ। ਪਰ ਤੂੰ ਧੰਨ ਹੈ। ਗੁਰ ਭਗਤ ਧੰਨ ਤੁਮੈ ਸਭ ਸਿੱਧਨ ਤੇ ਸਾਰੀਆਂ ਸਿੱਧਾਂ ਜੋਗੀਆਂ ਨਾਲੋਂ ਮੰਗਲਨਾਥ ਤੂੰ ਧੰਨ ਹੈ, ਤੇਰੀ ਮਤ ਉੱਤਮ ਹੈ। ਤੋ ਸਨ ਮਨ ਲਕਿਓ ਨ ਆਨਨ ਕਿਉ ਮਨ ਮੰਨਿਆ ਤੇ ਵਿਪਰੀਤੀ। ਕਹਿਣ ਲੱਗੇ ਤੇਰੇ ਮਨ ਵਿੱਚ ਕਿਸੇ ਪ੍ਰਕਾਰ ਦਾ ਮਨ ਨਹੀਂ। ਜਿੰਨੇ ਵੀ ਪਹਿਲਾਂ ਜੋਗੀ ਆਏ ਨੇ ਮਾਨ ਨਾਲ ਹੰਕਾਰ ਨਾਲ ਭਰੇ ਆਏ ਨੇ, ਪਰ ਤੂੰ ਇਹਨਾਂ ਸਾਰਿਆਂ ਤੋਂ ਵਿਪਰੀਤ ਭਾਵ ਉਲਟ ਆਇਆ ਹੈ। ਤੂੰ ਮਨ ਨੂੰ ਨੀਵਾਂ ਰੱਖ ਕੇ ਆਇਆ ਹੈ। ਬਾਕੀ ਜਿੰਨੇ ਆਏ ਸੀ ਮਨ ਨੂੰ ਉੱਚਾ ਰੱਖ ਕੇ ਆਏ ਸੀ। ਜਿੰਨੇ ਆਏ ਹੰਕਾਰ ਨਾਲ ਆਏ, ਪਰ ਇੱਕ ਤੂੰ ਹੈ ਜਿਹੜਾ ਮਨ ਵਿੱਚੋਂ ਹੰਕਾਰ ਕੱਢ ਕੇ ਤੇ ਨਿਮਰਤਾ ਵਿੱਚ ਆਇਆ ਹੈ। ਬੋਲ ਕੇ ਰਾਮੁਦਰੀ ਹਰ ਭਗਤ ਮਨੋ ਸਦਾਨੇ ਮਤ ਤੁਮ ਪੀਤੀ। ਤੇਰੇ ਬੋਲਾਂ ਦੇਖੋ, ਜਿਹਦਾ ਮਨ ਨੀਵਾਂ ਹੋਏਗਾ ਬੋਲ ਵਿੱਚ ਮਿਠਾਸ ਤੇ ਆਪੇ ਆ ਜਾਣੀ ਹੈ। ਜਿਹਦਾ ਮਨ ਉੱਚਾ ਹੋਏਗਾ ਉਹਦੇ ਬੋਲਾਂ ਵਿੱਚ ਫਿੱਕਾਪਨ ਆਪੇ ਆ ਜਾਣਾ ਹੈ। ਜਿਹੜਾ ਬਹੁਤ ਉੱਚਾ ਸਿੰਬਲ ਦਾ ਰੁੱਖ ਨਿਕੰਮਾ ਕਿਉਂ ਹੈ? ਉਹ ਕਿਸੇ ਕੰਮ ਕਿਉਂ ਨਹੀਂ ਆਉਂਦਾ? ਕਿਉਂਕਿ ਉਚਾਈ ਬਹੁਤ ਹੈ। ਸਿੰਬਲ ਰੁੱਖ ਸਰਾਇਰਾ ਅੱਤ ਦੀ ਰਗ ਅੱਤ ਮੁੱਚ। ਪਰ ਜਿਹੜੇ ਰੁੱਖ ਨੀਵੇਂ ਰਹਿੰਦੇ ਆ ਅਕਸਰ ਉਹਨਾਂ ਦੇ ਫਲ ਵੀ ਮਿੱਠੇ ਹੁੰਦੇ ਆ। ਚੰਦਨ ਕਿੰਨਾ ਕੁ ਵੱਡਾ ਹੁੰਦਾ, ਕਿੰਨਾ ਕੁ ਉੱਚਾ ਹੁੰਦਾ ਹੈ, 52 ਗਿੱਠਾ ਮੰਨਿਆ ਗਿਆ ਚੰਦਨ ਨੂੰ, ਪਰ ਉਹਦੇ ਵਿੱਚ ਗੁਣ ਕਿੰਨੇ ਨੇ? ਕਿਉਂਕਿ ਉਹ ਹੈ ਨੀਵਾਂ। ਬਾਂਸ ਕਿੰਨਾ ਉੱਚਾ ਚਲਾ ਜਾਂਦਾ ਹੈ, ਗੁਣ ਨਹੀਂ ਲੈਂਦਾ, ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਜਿੰਨਾ ਮਨ ਨੀਵਾਂ ਹੋਏਗਾ ਉਨੀ ਤੁਹਾਡੀ ਰਸਨਾ ਤੇ ਬੋਲਾਂ ਦੇ ਵਿੱਚ ਮਿਠਾਸ ਆਏਗੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੇ ਜਿੰਨਾ ਮਨ ਉੱਚਾ ਹੋਏਗਾ ਤੁਹਾਡਾ, ਉਨੇ ਤੁਹਾਡੇ ਬੋਲਾਂ ਵਿੱਚ ਫਿੱਕਾਪਨ ਆ ਜਾਏਗਾ, ਉਨੀ ਤੁਹਾਡੀ ਰਸਨਾ ਫਿੱਕੀ ਹੋ ਜਾਏਗੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਆਖਿਆ? ਕਹਿਣ ਲੱਗੇ ਮੰਗਲਨਾਥ ਤੇਰੇ ਬੋਲ ਬੜੇ ਮਿੱਠੇ ਨੇ, ਬੜਾ ਮਿੱਠਾ ਬੋਲਿਆ। ਇਦਾਂ ਲੱਗਦਾ ਵੀ ਜਿਵੇਂ ਤੂੰ ਅੰਮ੍ਰਿਤ ਜਿਹੜਾ ਉਹ ਕਿਤੇ ਨਿਮਰਤਾ ਵਾਲਾ ਨਮਤਾ, ਕਿਤੇ ਤੂੰ ਨਮਤਾ ਵਾਲਾ ਨਿਮਰਤਾ ਵਾਲਾ ਅੰਮ੍ਰਿਤ ਪੀ ਕੇ ਆਇਆ। ਆਵਲਾ ਨਹੀਂ, ਕਹਿੰਦੇ ਤੂੰ ਨਿਮਰਤਾ ਵਾਲਾ ਜਿਹੜਾ ਅੰਮ੍ਰਿਤ ਹੈ ਉਹ ਰਸ ਕਿਤੇ ਤੂੰ ਪੀ ਕੇ ਆਇਆ ਹੈ। ਮਾਨਸ ਦੇਖੋ ਲਭ ਜਈ ਤਜ ਮਨ ਕਰੇ ਪਦ ਸੰਤਨ ਪ੍ਰੀਤੀ। ਮਾਰੇ ਕਹਿੰਦੇ ਮਾਨਸ ਦੇਹ ਦਾ ਫਲ ਵੀ ਇਹੀ ਹੈ। ਮਨੁੱਖਾ ਜਨਮ ਸਫਲ ਵੀ ਤਾਂ ਹੀ ਹੋਣਾ ਹੈ ਜੇ ਤੁਸੀਂ ਮਨ ਨੀਵਾਂ ਕਰੋਗੇ। ਅਸੀਂ ਮੰਗ ਜ਼ਰੂਰ ਰਹੇ ਹਾਂ, ਪਰ ਉਸ ਤਰ੍ਹਾਂ ਦਾ ਜੀਵਨ ਵਿਰਲਾ ਹੀ ਬਣਾ ਰਿਹਾ ਹੈ। ਅਸੀਂ ਰੋਜ਼ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਾਲਕ ਜੀ ਤੁਹਾਡੇ ਇਹਨਾਂ ਸਿੱਖਾਂ ਜਿਹੜੇ ਤੁਹਾਡੇ ਦਰ ਤੇ ਆਏ ਆ, ਇਹਨਾਂ ਦਾ ਮਨ ਨੀਵਾਂ ਹੋ ਜਾਏ ਤੇ ਮਤ ਉੱਚੀ ਹੋ ਜਾਏ। ਜਿਵੇਂ ਇੱਕ ਤਕੜੀ ਦੇ ਦੋ ਚਾਬੇ ਹਨ। ਹੁਣ ਤੁਸੀਂ ਦੇਖੋ ਵੀ ਇੱਕ ਪਾਸਾ ਥੱਲੇ ਹੋਏਗਾ ਤੇ ਦੂਜਾ ਉੱਚਾ ਜਾਏਗਾ, ਤੇ ਜੇ ਦੂਜਾ ਪਾਸਾ ਥੱਲੇ ਆਏਗਾ ਤੇ ਪਹਿਲਾ ਉੱਚਾ ਜਾਏਗਾ। ਤਕੜੀ ਦੇ ਦੋ ਚਾਬੇ। ਬਸ ਸਾਡੀ ਵੀ ਤਕੜੀ ਇਹੀ ਹੈ, ਇੱਕ ਮਨ ਹੈ ਤੇ ਇੱਕ ਮਤ ਹੈ। ਜਿੰਨਾ ਮਨ ਉੱਚਾ ਜਾਏਗਾ ਮਤ ਉਨੀ ਥੱਲੇ ਆਏਗੀ, ਤੇ ਜਿੰਨੀ ਮਤ ਉੱਚੀ ਜਾਏਗੀ ਉਨਾ ਹੀ ਮਨ ਥੱਲੇ ਆਏਗਾ। ਪਰ ਫਰਕ ਪਤਾ ਕੀ ਹੈ? ਜਿੰਨਾ ਮਨ ਉੱਚਾ ਜਾਏਗਾ ਮਤ ਨੀਵੀਂ ਜਾਏਗੀ, ਇਨਸਾਨ ਨਹੀਂ ਸ਼ੈਤਾਨ ਬਣ ਜਾਏਗਾ। ਤੇ ਜਿੰਨਾ ਮਨ ਨੀਵਾਂ ਜਾਏਗਾ ਮਤ ਉੱਚੀ ਜਾਏਗੀ, ਇਨਸਾਨ ਫਿਰ ਭਗਵਾਨ ਬਣ ਜਾਏਗਾ। ਬਸ ਇਹ ਸੌਖਾ ਤਰੀਕਾ ਸਮਝਣ ਦਾ। ਜਿੰਨਾ ਮਨ ਨੀਵਾਂ ਲੈ ਕੇ ਜਾਵਾਂਗੇ ਤੇ ਮਤ ਉੱਚੀ ਹੋ ਜਾਏਗੀ, ਇਨਸਾਨ ਤੋਂ ਭਗਵਾਨ ਤੱਕ ਦਾ ਸਫ਼ਰ ਪੂਰਾ ਹੋ ਜਾਏਗਾ। ਤੇ ਜਿੰਨਾ ਮਨ ਉੱਚਾ ਤੇ ਮਤ ਨੀਵੀਂ ਜਾਏਗੀ ਉਹਨਾਂ ਅਸੀਂ ਭਗਵਾਨ ਨਹੀਂ, ਫਿਰ ਇਨਸਾਨ ਸ਼ੈਤਾਨ ਵਾਲੇ ਪਾਸੇ ਜਾਏਗਾ। ਹੁਣ ਮਨ ਨੀਵਾਂ ਕਿਹਨੇ ਕਰਨਾ ਹੈ ਤੇ ਮਤ ਉੱਚੀ ਕਿਹਨੇ ਕਰਨੀ ਹੈ? ਗੁਰੂ ਸਾਹਿਬ ਨੇ। ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਹੋ ਜਾਏ, ਤਾਂ ਕਿ ਅਸੀਂ ਇਨਸਾਨ ਤੋਂ ਭਗਵਾਨ ਤੱਕ ਦਾ ਸਫ਼ਰ ਪੂਰਾ ਕਰ ਸਕੀਏ, ਆਪਣਾ ਜਨਮ ਸਫਲਾ ਕਰ ਸਕੀਏ। ਤੇ ਜੇ ਗੁਰੂ ਤੋਂ ਬਿਨਾਂ ਫਿਰ ਮਾਰੇ ਕਹਿੰਦੇ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ। ਇਹ ਇਨਸਾਨ ਥੋੜੀ ਫਿਰਦੇ ਆਏ ਤੇ ਸ਼ੈਤਾਨ ਫਿਰਦੇ ਨੇ। ਤੇ ਸ਼ੈਤਾਨਾਂ ਦੀਆਂ ਹਰਕਤਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹ ਆਪਾਂ ਆਏ ਦਿਨ ਵੇਖਦੇ ਹਾਂ। ਇਨਸਾਨੀਅਤ ਜਦੋਂ ਸ਼ਰਮਸਾਰ ਹੁੰਦੀ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਮੰਗਲਨਾਥ ਤੇਰੇ ਮਨ ਦੇ ਵਿੱਚ ਜੋ ਭਾਵਨਾ ਹੈ ਮਾਨਸ ਦੇ ਕੋ ਲਾਭ ਯਹੀ। ਇਹ ਮਨੁੱਖਾ ਜਨਮ ਦਾ ਇਹੀ ਲਾਭ ਹੈ ਕਿ ਮਨ ਨੀਵਾਂ ਹੋ ਜਾਏ, ਮਤ ਉੱਚੀ ਹੋ ਜਾਏ। ਜੋ ਅਵਸਥਾ ਤੂੰ ਪਾਈ ਹੈ ਗੁਰਮੁਖਾਂ ਦੇ ਨਾਲ ਪ੍ਰੀਤ, ਰੱਬ ਦੇ ਪਿਆਰਿਆਂ ਨਾਲ ਪ੍ਰੀਤ ਬਣ ਆਵੇ, ਇਹੀ ਮਨੁੱਖਾ ਜਨਮ ਦਾ ਲਾਭ ਹੈ। ਮੰਗਲ ਨਾਥ ਨੇ ਛੋੜ ਕਰੇ ਸੁਣ ਕਰਕੇ ਨੀਚੇ ਕੋ ਲੋਚਨ ਬੰਦੀ ਹਲਾਈ। ਕਹਿੰਦੇ ਮੰਗਲਨਾਥ ਨੇ ਸ਼ਰੋਣ ਸੁਣ ਕਰ ਗੁਰੂ ਨਾਨਕ ਸਾਹਿਬ ਜੀ ਦੇ ਇਹ ਬੋਲ ਸੁਣ ਕੇ ਕਿ ਮੰਗਲਨਾਥ ਤੂੰ ਇਦਾਂ ਲੱਗਦਾ ਜਿਵੇਂ ਨਿਮਰਤਾ ਵਾਲਾ ਅੰਮ੍ਰਿਤ ਪੀ ਕੇ ਆਇਆ ਹੋਵੇਂ, ਤੇਰੇ ਬੋਲ ਬੜੇ ਮਿੱਠੇ ਨੇ। ਇਸ ਤਰ੍ਹਾਂ ਦੇ ਬੋਲ ਗੁਰੂ ਨਾਨਕ ਜੀ ਕੋਲੋਂ ਸੁਣੇ ਤੇ ਨੀਚੇ ਕੋ ਲੋਚਨ ਆਪਣੀ ਨੇਤਰ ਨੀਵੇਂ ਕਰ ਲਏ।
ਆਪਣੇ ਨੇਤਰਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵੱਲ ਕਰ ਝੁਕਾ ਜਿਹੜਾ ਸੀ ਉਹ ਕਰ ਦਿੱਤਾ ਤੇ ਨੀਵੇਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਬਾਣੀ ਅਲਾਈ ਭਾਵ ਬੋਲਦਾ ਹੈ। ਬਰਾਬਰ ਕੀ ਕਰਨਾ ਹੋਏ ਜਪਰੇ ਤਾਹੂ ਭਲੇ ਮਤ ਦੇ 부ਜਾਈ। ਅਗੋ ਮੰਗਲਨਾਥ ਪਤਾ ਕੀ ਕਹਿੰਦਾ ਹੈ? ਕਹਿੰਦਾ ਮਹਾਰਾਜ ਜੀ ਜਿਹਦੇ ਉੱਤੇ ਆਪ ਜੀ ਦੀ ਕਿਰਪਾ ਹੋਵੇ ਉਹਦੀ ਵੀ ਮਤ ਉੱਚੀ ਤੇ ਮਨ ਨੀਵਾਂ ਹੁੰਦਾ ਹੈ। ਜਿਹਦੇ ਉੱਤੇ ਆਪ ਜੀ ਦੀ ਕਿਰਪਾ ਰਾਵਰ ਕੇ ਕਰੁਣਾ ਹੋਏ, ਰਾਵਰ ਮੈਨੇ ਆਪ ਜੀ ਜਿਹੜਾ ਸਾਹਮਣੇ ਖਲੋਤਾ ਹੈ, ਆਪ ਜੀ ਦੀ ਕਿਰਪਾ ਦੇ ਸਦਕਾ ਜਿਹਦੇ ਉੱਤੇ ਇਹ ਕਿਰਪਾ ਹੋਵੇ ਉਹ ਐਸੀ ਮਤ ਦਾ ਧਾਰਨੀ ਬਣਦਾ ਹੈ। ਸੰਤਨ ਗੋਗਨ ਮਨ ਮਿਟਾਵਨ ਮਾਧੁਰ ਕਸਕ ਬੈਨ ਕਹਾਈ। ਆਪ ਹੀ ਆਪਣੇ ਪਿਆਰਿਆਂ ਨੂੰ ਇਹ ਨਿਮਰਤਾ ਵਾਲਾ ਅੰਮ੍ਰਿਤ ਰਸ ਪਿਆਉਣ ਵਾਲੇ ਹੋ, ਆਪ ਹੀ ਉਹਨਾਂ ਦੇ ਮਨ ਨੂੰ ਨੀਵਾਂ ਕਰਨ ਵਾਲੇ ਹੋ, ਆਪ ਹੀ ਉਹਨਾਂ ਦੇ ਅੰਦਰ ਮਿਠਾਸ ਜਿਹੜੀ ਆ ਉਹ ਭਰਨ ਵਾਲੇ ਹੋ। ਇਸ ਲਈ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਵੀ ਜਿਵੇਂ ਇੱਕ ਜਿਹੜਾ ਕੁੰਡਾ ਹੁੰਦਾ ਨਾ ਮਹਾਵਤ ਦੇ ਹੱਥ ਵਿੱਚ, ਉਹ ਏਡੇ ਵੱਡੇ ਹਾਥੀ ਦੇ ਉੱਤੇ ਕਿਵੇਂ ਰਾਜ ਕਰ ਲੈਂਦਾ ਹੈ, ਕਿਉਂਕਿ ਉਹਨੇ ਆਪਣਾ ਆਪਾ ਗਵਾਇਆ ਹੁੰਦਾ ਹੈ। ਅਸੀਂ ਵੀ ਸੇਵਾ ਤੇ ਸਿਮਰਨ ਵਿੱਚ ਜੁੜ ਕੇ ਆਪਣਾ ਆਪਾ ਗਵਾਉਣਾ ਹੈ, ਆਪਣਾ ਆਪਾ ਜਤਾਉਣਾ ਨਹੀਂ ਕਿ ਮੈਂ ਹਾਂ, ਗਵਾਉਣਾ ਹੈ। ਜਦੋਂ ਆਪਣਾ ਆਪਾ ਗਵਾ ਕੇ ਚੱਲਾਂਗੇ ਫਿਰ ਮਹਾਰਾਜ ਕਹਿੰਦੇ ਕੋਈ ਐਸੀ ਬਖਸ਼ਿਸ਼ ਨਹੀਂ ਜਿਹੜੀ ਤੈਨੂੰ ਨਾ ਮਿਲੇ। ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗਿਆ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੈ। ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਇਸ ਤਰ੍ਹਾਂ ਦਾ ਜੀਵਨ ਬਣਾ, ਇਸ ਗੁਰਮਤ ਦੇ ਢਾਂਚੇ ਦੇ ਸਾਂਚੇ ਵਿੱਚ ਇਸ ਤਰ੍ਹਾਂ ਢਲ ਜਾ, ਫਿਰ ਸਾਰੀ ਸ੍ਰਿਸ਼ਟੀ ਦਾ ਰਾਜ ਤੇਰੇ ਕਦਮਾਂ 'ਚ ਆ ਜਾਏਗਾ। ਇੱਥੇ ਕਹਿੰਦੇ ਮੰਗਲਨਾਥ ਨੂੰ ਜਿਹੜੀ ਗੱਲ ਸਮਝ ਆਈ, ਉਹ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਦਾ, ਮਹਾਰਾਜ ਇਹ ਵੀ ਤੁਹਾਡੀ ਆਪ ਜੀ ਦੀ ਕਿਰਪਾ ਹੈ। ਮੇਰੇ ਚਲੋ ਸਿਧ ਮੰਡਲੀ ਮੈਂ ਦਰਸ਼ਨ ਕੋ ਦੇ ਸਵੇ ਸੁਖ ਭਾਈ। ਮਹਾਰਾਜ ਜੀ ਤੁਹਾਡੇ ਦਰਸ਼ਨਾਂ ਵਿੱਚ ਸੁੱਖ ਹੈ, ਤੁਹਾਡੇ ਦੀਦਾਰ ਵਿੱਚ ਸੁੱਖ ਹੈ, ਤੁਹਾਡੇ ਦਰਸ਼ਨ ਕਰਕੇ ਸਾਨੂੰ ਜੀਵਨ ਮਿਲਦਾ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਤੇ ਮੇਰੀ ਇੱਕ ਨਿਮਰਤਾ ਸਹਿਤ ਬੇਨਤੀ ਹੈ, ਮੇਰ ਚਲੋ ਹੁਣ ਚਲੋ ਸਵੇਰ ਪਰਬਤ ਮੈਂ ਤੁਹਾਨੂੰ ਲੈਣ ਵਾਸਤੇ ਆਇਆ। ਸਿੱਧ ਮੰਡਲੀ ਜਿੱਥੇ ਸਾਰੀ ਸਿੱਧ ਮੰਡਲੀ ਬੈਠੀ ਹੋਈ ਹੈ, ਮਹਾਰਾਜ ਜੀ ਦਰਸ਼ਨ ਕੋ ਦੇਹੋ ਸਭੈ ਸੁਖ ਪਾਈ, ਉਹਨਾਂ ਨੂੰ ਵੀ ਚੱਲ ਕੇ ਤੁਸੀਂ ਦਰਸ਼ਨ ਦੇਵੋ, ਤੇ ਜਿਨ੍ਹਾਂ ਨੂੰ ਤੁਸੀਂ ਦਰਸ਼ਨ ਦੇਵੋਗੇ ਉਹ ਤੁਹਾਡੇ ਦਰਸ਼ਨ ਕਰਕੇ ਸੁਖ ਪਾਉਣਗੇ। ਜੇ ਨਾ ਚਲੋ ਤੇ ਟਾ ਚੁਕਈ ਭਗਤਾ ਬਨ ਕੋ ਕਛ ਜਾਏ ਨਾ ਜਾਈ। ਮਹਾਰਾਜ ਜੀ ਜੇ ਤੁਸੀਂ ਅਜੇ ਨਹੀਂ ਤੁਸੀਂ ਚੱਲਣਾ ਚਾਹੁੰਦੇ ਤੇ ਜੇ ਕਹੋ ਤੇ ਮੈਂ ਆਪ ਜੀ ਦੇ ਖਾਣ ਪੀਣ ਦਾ ਪ੍ਰਬੰਧ ਜਿਹੜਾ ਇੱਥੇ ਕੁਝ ਸਮੇਂ ਲਈ ਕਰ ਦੇਵਾਂ। ਆਨਨ ਤੇ ਬਿਕਸੇ ਗੁਰ ਬੋਲਤ ਭਾਓ ਵੀ ਖਾਤਮ ਤੇ ਤ੍ਰਿਪਤਾਈ। ਕਹਿੰਦੇ ਮਹਾਰਾਜ ਜੀ ਤੁਸੀਂ ਕਾਫੀ ਸਮੇਂ ਦੇ ਆਏ ਹੋ, ਮੈਨੂੰ ਪਤਾ ਪਹਿਲੇ ਮੇਰੇ ਸਾਥੀ ਬੜੇ ਆਉਂਦੇ ਰਹੇ ਆ। ਜੇ ਚਾਹੋ ਤੇ ਤੁਸੀਂ ਜੇ ਨਹੀਂ ਹਜੇ ਚੱਲਣਾ ਚਾਹੁੰਦੇ ਤੇ ਮੇਰੀ ਬੇਨਤੀ ਇੱਥੇ ਕੁਝ ਛਕਣ ਵਾਸਤੇ ਲਿਆਵਾਂ। ਤੇ ਮਹਾਰਾਜ ਨੇ ਕਿੰਨਾ ਸੋਹਣਾ ਜਵਾਬ ਦਿੱਤਾ, ਕਹਿੰਦੇ ਮੰਗਲਨਾਥ ਭਾਓ ਪਿਖਾ ਤੁਮ ਤੇ ਤ੍ਰਿਪਤਾਈ। ਤੇਰਾ ਪਿਆਰ ਦੇਖ ਕੇ ਹੀ ਮੈਂ ਰੱਜ ਗਿਆ। ਤੇਰਾ ਜਿਹੜਾ ਪਿਆਰ ਹੈ ਨਾ, ਜਿਹੜੇ ਤੂੰ ਮਿੱਠੇ ਬੋਲ ਦੋ ਬੋਲ ਦਿੱਤੇ ਆ, ਬਸ ਆ ਦੋ ਮਿੱਠੇ ਬੋਲਾਂ ਨਹੀਂ ਮੈਨੂੰ ਤ੍ਰਿਪਤ ਕਰ ਦਿੱਤਾ। ਸਾਨੂੰ ਹੁਣ ਛਕਣ ਵਾਸਤੇ ਕੁਝ ਨਹੀਂ ਚਾਹੀਦਾ। ਆ ਬੜੀ ਵੱਡੀ ਗੱਲ ਹੈ। ਅਸੀਂ ਬੋਲਦੇ ਹਾਂ ਨਫ਼ਰਤ ਦੀ ਬੋਲੀ, ਅਸੀਂ ਬੋਲਦੇ ਹਾਂ ਈਰਖਾ ਦੀ ਬੋਲੀ, ਕਦੇ ਪਿਆਰ ਦੇ ਦੋ ਬੋਲ ਕਿਤੇ ਆਪਣਾਪਨ ਬਣਾ ਕੇ ਬੋਲ ਕੇ ਵੇਖੋ, ਸੁਣਨ ਵਾਲਾ ਅੰਦਰੋਂ ਵੈਸੇ ਹੀ ਤ੍ਰਿਪਤ ਹੋ ਜਾਂਦਾ ਹੈ। ਇਹ ਨਾਲ ਨਾਲ ਕੀ ਗੁਣ ਵੀ ਆਪਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਲੈਣੇ ਆ। ਹੁਣ ਇੱਥੇ ਵਾਰਤਾਲਾਪ ਜਿਹੜੀ ਹੋ ਰਹੀ ਹੈ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮੰਗਲਨਾਥ ਨੂੰ ਨਵਾਜਦੇ ਨੇ, ਇਹਦੇ ਨਾਲ ਨਾਲ ਹੁਣ ਸਿੱਧ ਮੰਡਲੀ ਨੂੰ ਕਿਵੇਂ ਨਵਾਜਣਗੇ ਉਹ ਆਪਾਂ ਅਗਲੇਰੇ ਪ੍ਰਸੰਗ ਦੇ ਵਿੱਚ ਇਤਿਹਾਸ ਨੂੰ ਸਮਝਣ ਦਾ ਯਤਨ ਕਰਾਂਗੇ। ਤੇ ਜਦੋਂ ਸਮਝ ਆਏਗੀ ਤੇ ਸਾਡੇ ਬੋਲਾਂ ਦੇ ਵੀ ਇਹੀ ਬੋਲ ਹੋਣਗੇ, ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਸਾਡਾ ਵੀ ਚਿੱਤ ਕਰੇਗਾ ਵੀ ਐਸੀ ਵੱਡੀ ਕਮਾਈ ਵਾਲੇ ਵੱਡੇ ਭਾਰੀ ਪੁਰਖ ਦੇ ਚਰਨਾਂ ਦਾ ਗੋਲਾ ਬਣਨਾ ਚਾਹੀਦਾ ਹੈ। ਤੁਮਰੀ ਸ਼ਰਨ तुम्हारी आशा तुम ही सज्जन सोहेले रखो, रखन हार दयाला नानक करके गोले। इतिहास ਨੂੰ ਸੰਗੋਚਦੇ ਆ। ਅੱਜ ਜਿਹੜਾ ਦਿਨ ਹੈ ਵੱਡਾ ਕੱਲੂਕਾਰਾ। ਕੱਲੂਕਾਰਾ ਦਾ ਮਤਲਬ ਹੁੰਦਾ ਤਬਾਈ, ਵੀ ਜਿੱਥੇ ਤਬਾਈ ਹੀ ਤਬਾਈ ਹੋਵੇ। ਤਿੰਨ ਕੱਲੂਕਾਰੇ ਜਿਹੜੇ ਆ ਉਹ ਅਸੀਂ ਸਮੇਂ-ਸਮੇਂ ਦੇ ਨਾਲ ਉਹਨਾਂ ਨੂੰ ਚੇਤੇ ਕਰਦੇ ਆ। ਛੋਟਾ ਕੱਲੂਕਾਰਾ ਦਾ ਨਾਮ ਦਿੱਤਾ ਹੈ, ਜਿਹਦੇ ਵਿੱਚ ਤਕਰੀਬਨ 15,000 ਦੇ ਸਾਡੇ ਸਿੰਘ ਸ਼ਹੀਦ ਹੁੰਦੇ ਆ। ਵੱਡਾ ਕੱਲੂਕਾਰਾ ਜਿਹਦੇ ਵਿੱਚ 35,000 ਤੋਂ 40,000 ਦੇ ਕਰੀਬ, ਕਈਆਂ ਨੇ 30 ਦਾ ਜ਼ਿਕਰ ਕੀਤਾ ਵੀ ਜਿਹੜੀ ਸ਼ਹਾਦਤ ਹੁੰਦੀ ਹੈ। ਇੱਕ ਉਹ ਕੱਲੂਕਾਰਾ ਜਿਹੜਾ 84 ਦਾ, ਉਹ ਸੀਨ ਸਾਡੇ ਅੱਖਾਂ ਦੇ ਸਾਹਮਣੇ ਆ ਕਿ ਵੱਡਾ ਕੱਲੂਕਾਰਾ ਕਿਵੇਂ ਵਾਪਰਦਾ ਹੈ। ਅਹਿਮਦ ਸ਼ਾਹ ਅਬਦਾਲੀ ਜਿਹਨੇ ਭਾਰਤ ਤੇ ਕਈ ਵਾਰ ਹਮਲੇ ਕੀਤੇ ਆ, ਤਕਰੀਬਨ 11 ਹਮਲੇ ਨੇ ਕੀਤੇ ਨੇ। ਤੇ ਜਿਹੜਾ 5ਵਾਂ ਹਮਲਾ ਸੀ 1761 ਦੇ ਵਿੱਚ ਪਾਣੀਪਤ ਦੀ ਜਿਹੜੀ ਲੜਾਈ ਹੋਈ ਹੈ, ਉਹ ਲੜਾਈ ਹੈ ਮਰਹਟਿਆਂ ਦੇ ਨਾਲ। ਮਰਹਟੇ ਜਿਹੜੇ ਮਰ ਕੇ ਹੀ ਹਟਦੇ ਸਨ, ਉਸ ਬੜੀ ਸੂਰਵੀਰ ਬਹਾਦਰ ਜਿਹੜੀ ਕੌਮ ਮੰਨੀ ਆ ਮਰਹਟਿਆਂ ਦੀ। ਪਰ ਅਹਿਮਦ ਸ਼ਾਹ ਅਬਦਾਲੀ ਨੇ 1761 ਦੇ ਵਿੱਚ ਪਾਣੀਪਤ ਦੀ ਲੜਾਈ ਵਿੱਚ ਇਹਨਾਂ ਮਰਹਟਿਆਂ ਨੂੰ ਵੀ ਹਰਾ ਦਿੱਤਾ। ਔਰ ਹਰਾ ਕੇ ਇੰਨਾ ਖੁਸ਼ ਹੋਇਆ ਕਿ ਇਹ ਜਿੰਨੀ ਮੈਂ ਇਹਨਾਂ ਨੂੰ ਮਾਰ ਮਾਰੀ ਆ ਨਾ, ਇਹਨਾਂ ਦੀਆਂ ਅੱਗੋਂ 2 ਪੀੜ੍ਹੀਆਂ ਤੱਕ ਦੁਬਾਰਾ ਇਹ ਸੂਰਮੇ ਨਹੀਂ ਬਣ ਸਕਦੇ। ਇਹ ਦੁਬਾਰਾ ਹੀ ਮੇਰੇ ਨਾਲ ਲੜਨ ਦੀ ਹਿੰਮਤ ਕਰਨਗੇ। ਹੁਣ ਇਹਨੂੰ ਇਹ ਸੀ ਕਿ ਭਾਰਤ ਵਿੱਚ ਕੋਈ ਹੋਰ ਕੌਮ ਹੀ ਨਹੀਂ ਹੈ ਜਿਹੜੀ ਮੇਰੇ ਅੱਗੇ ਖਲੋ ਜਾਵੇ। ਇੱਕੋ ਹੀ ਸੀ ਮਰਹਟੇ ਤੇ ਮੈਂ ਉਹਨਾਂ ਨੂੰ ਮੁਕਾ ਦਿੱਤਾ। ਅੱਗੇ 2 ਪੀੜ੍ਹੀਆਂ ਤੱਕ ਇਹਨਾਂ ਦੀ ਕੋਈ ਹਿੰਮਤ ਨਹੀਂ ਕਰੇਗਾ। ਪਰ ਪਤਾ ਉਦੋਂ ਲੱਗਾ ਜਦੋਂ ਗੁਰੂ ਕੇ ਸਿੰਘਾਂ ਨਾਲ ਖਾਲਸੇ ਨਾਲ ਵਾਸਤਾ ਪੈ ਗਿਆ। ਕਿਉਂਕਿ ਇਹ ਭਾਰਤ ਦੀਆਂ ਧੀਆਂ ਨੂੰ, ਇੱਥੋਂ ਦੀਆਂ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਲੈ ਜਾਂਦਾ ਹੈ, ਗਜ਼ਨੀ ਦੇ ਬਾਜ਼ਾਰ ਦੇ ਵਿੱਚ ਟਕੇ ਵਿੱਚ ਜਾ ਕੇ ਵੇਚਦਾ ਹੈ। ਕਿਸੇ ਦੀ ਹਿੰਮਤ ਨਹੀਂ ਸੀ ਭਾਰਤ ਵਿੱਚ ਪੈਂਦੀ ਕਿ ਕੋਈ ਵੀ ਅਹਿਮਦ ਸ਼ਾਹ ਅਬਦਾਲੀ ਦਾ ਰਾਹ ਰੋਕ ਕੇ ਤੇ ਭਾਰਤ ਦੀਆਂ ਧੀਆਂ ਦੀ ਪੱਤ ਕੋਈ ਬਚਾ ਸਕੇ। ਅੱਜ ਸਾਡੇ ਹਾਲਾਤ ਕਿੰਨੇ ਮਾੜੇ ਆ, ਪਤਾ ਨਹੀਂ ਜ਼ਮੀਨਾਂ ਹੀ ਸਾਡੀਆਂ ਮਰ ਗਈਆਂ ਕਿ ਕਿਸੇ ਦੀ ਬਾਜ਼ਾਰ ਵਿੱਚ ਧੀ ਦੀ ਪੱਤ ਰੁਲਦੀ ਹੋਵੇ ਤੇ ਅਸੀਂ ਚੁੱਪ ਕਰਕੇ ਦੇਖਦੇ ਰਹਿੰਦੇ ਹਾਂ। ਅਸੀਂ ਦੇਖਦੇ ਹਾਂ ਜਾਂ ਅੱਜ ਮੀਡੀਆ ਦਾ ਸਮਾਂ, ਹਰ ਕੋਈ ਮੋਬਾਈਲ ਹੀ ਬਣਾਉਂਦਾ ਰਹਿ ਜਾਂਦਾ ਹੈ ਬਸ। ਜਾਂ ਕੋਈ ਘਟਨਾ ਵੀ ਹੋਵੇ ਨਾ ਤੇ ਅਸੀਂ ਉਹ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾਉਂਦੇ ਹਾਂ, ਬਜਾਏ ਕਿ ਉਹਨੂੰ ਇਲਾਜ ਵਾਸਤੇ ਕਿਤੇ ਲੈ ਜਾਈਏ। ਸਮੇਂ ਸਿਰੇ ਦਾ ਇਲਾਜ ਹੋਵੇ, ਕੁਝ ਬਚਾਅ ਹੋਵੇ, ਪਰ ਅਸੀਂ ਉਹਨੂੰ ਤੜਪਦਿਆਂ ਨੂੰ ਦੇਖਦੇ ਰਹਿੰਦੇ ਹਾਂ। ਖੈਰ 2200 ਦੇ ਕਰੀਬ ਭਾਰਤ ਦੀਆਂ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਲੈ ਜਾਂਦਾ ਹੈ ਤੇ ਗੁਰੂ ਕਾ ਖਾਲਸਾ ਫਿਰ ਡਟ ਕੇ ਖਲੋ ਜਾਂਦਾ ਹੈ। ਕਿਉਂਕਿ ਭਾਰਤ ਨਹੀਂ, ਪੂਰੀ ਦੁਨੀਆ, ਆਲ ਵਰਲਡ, ਗੁਰੂ ਕਾ ਖਾਲਸਾ ਹਰ ਇੱਕ ਨੂੰ ਆਪਣੇ ਤੋਂ ਛੋਟੀ ਨੂੰ ਭੈਣ ਮੰਨਦਾ ਹੈ। ਆਪਣੀ ਬਰਾਬਰ ਵਾਲੀ ਨੂੰ, ਆਪਣੀ ਇਸਤਰੀ ਨੂੰ ਛੱਡ ਕੇ ਆਪਣੀ ਬਰਾਬਰ ਵਾਲੀ ਨੂੰ ਉਹ ਭੈਣ ਮੰਨਦਾ ਹੈ, ਆਪਣੀ ਛੋਟੀ ਨੂੰ ਧੀ ਮੰਨਦਾ ਹੈ ਤੇ ਆਪਣੇ ਤੋਂ ਵੱਡੀ ਵਾਲੀ ਨੂੰ ਮਾਂ ਮੰਨਦਾ ਹੈ। ਐਸਾ ਕਿਰਦਾਰ ਸੀ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ। ਜੇ ਸਰਦਾਰੀਆਂ ਦਿੱਤੀਆਂ ਨੇ ਤੇ ਉੱਚਾ ਕਿਰਦਾਰ ਵੀ ਮਾਰੀ ਨੇ ਦਿੱਤਾ ਸਾਨੂੰ। ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਜਦੋਂ ਸਿੱਖਾਂ ਨਾਲ, ਗੁਰੂ ਕੇ ਸਿੰਘਾਂ ਖਾਲਸਾ ਨਾਲ ਵਾਸਤਾ ਪੈਂਦਾ ਇਹਦਾ, ਉਦੋਂ ਇਹਨੂੰ ਫਿਰ ਹੁੰਦਾ ਵੀ ਇੱਕ ਕੌਮ ਹੈ ਜਿਹੜੀ ਮੇਰੇ ਰਾਹ ਰੋਕ ਕੇ ਮੇਰੇ ਕੋਲੋਂ ਸਭ ਕੁਝ ਲੁੱਟ ਸਕਦੀ ਹੈ। ਇਹਨੇ ਪੰਜਾਬ ਦੇ ਵਿੱਚ ਜਿਹੜੇ ਕਈ ਐਸੇ ਜਿਹੜੇ ਨੇ ਸੂਬੇਦਾਰ ਬਣਾ ਦਿੱਤੇ, ਜਿਵੇਂ ਮਲੇਰਕੋਟਲੇ, ਇਹ ਸਰਹੰਦ, ਇਹ ਆਦਿਕ ਥਾਵਾਂ ਦੇ ਉੱਪਰ। ਉਸ ਵੇਲੇ ਕਹਿੰਦੇ ਨੇ ਜਿਹੜਾ ਇਹ 1761 ਦੇ ਵਿੱਚ ਅਕਤੂਬਰ ਦੇ ਮਹੀਨੇ ਜਦੋਂ ਇਹ ਦੀਵਾਲੀ ਦਾ ਦਿਨ ਆਉਂਦਾ ਹੈ ਤੇ ਉਸ ਵੇਲੇ ਇਕੱਤਰਤਾ ਹੋਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਜੱਟੀਆ, ਇਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ। ਇਹਨਾਂ ਦੀ ਮਿਸਲ ਜਿਹੜੀ ਉਸ ਵੇਲੇ ਬਣੀ, ਮਿਸਲਾਂ ਸੀ ਉਸ ਵੇਲੇ ਬਣੀਆਂ ਵੱਖ-ਵੱਖ, ਤੇ ਸਾਰੀਆਂ ਮਿਸਲਾਂ ਉੱਥੇ ਇਕੱਤਰ ਹੋਈਆਂ ਨੇ। ਉੱਥੇ ਫਿਰ ਫੈਸਲਾ ਲਿਆ ਗਿਆ ਕਿ ਜਿਹੜੇ ਅਬਦਾਲੀ ਨੇ, ਇਹਨਾਂ ਤੱਕ ਜਿਹੜੀਆਂ ਸਾਡੀਆਂ ਖਬਰਾਂ ਪਹੁੰਚਾਉਂਦੇ ਨੇ, ਉਹਨਾਂ ਨੂੰ ਪਹਿਲਾ ਸੌਦਾ ਲਾਇਆ ਜਾਏ। ਜਿਨ੍ਹਾਂ ਵਿੱਚੋਂ ਜੰਡਿਆਲੇ ਦਾ ਸੀ ਕਹਿੰਦੇ ਉਹ ਜਿਹੜਾ ਭਾਈ ਅਲਕ ਦਾਸ, ਔਰ ਦੂਸਰਾ ਜਿਹੜਾ ਸੀ ਭਗਤ ਨਰਜਨੀਆਂ,
ਇਹਨਾਂ ਦਾ ਸੌਦਾ ਜਿਹੜਾ ਲਾਇਆ ਜਾਵੇ। ਪਰ ਜਦੋਂ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਤੱਕ ਜਿਹੜੇ ਨੇ ਖਬਰ ਪਹੁੰਚਾਉਂਦੇ ਨੇ ਕਿ ਆ ਜਿਹੜਾ ਇਹਨਾਂ ਦਾ ਕਿਉਂਕਿ ਜਦੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚਟੀਆ, ਸ਼ਾਮ ਸਿੰਘ, ਇਹ ਜਿੰਨੇ ਵੀ ਬਹਾਦਰ ਸੂਰਮੇ ਨੇ, ਇਹਨਾਂ ਨੇ ਪ੍ਰਣ ਕਰ ਲਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਟਾਕਰਾ ਜਿਹੜਾ ਹੋਣਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਨੂੰ, ਸਾਡੇ ਘਰ ਵਿੱਚ ਜਿਹੜੇ ਛੋਟੇ ਬੱਚੇ ਨੇ, ਬੀਬੀਆਂ ਨੇ, ਇਹਨਾਂ ਨੂੰ ਅਸੀਂ ਇੱਕ ਕਿਨਾਰੇ ਤੇ ਲਾ ਦਈਏ। ਉਦੋਂ ਸੀ ਕਿ ਬੀਕਾਨੇਰ ਤੱਕ ਅਸੀਂ ਜਾਣਾ ਹੈ। ਇਹ ਕਾਫਲਾ ਇਕੱਠਾ ਹੋਇਆ, ਤਕਰੀਬਨ 35 ਤੋਂ 40 ਤੱਕ, ਕਈਆਂ ਨੇ ਵੱਧ ਵੀ ਜ਼ਿਕਰ ਕੀਤਾ, ਕਈਆਂ ਨੇ ਘੱਟ। ਇਹ ਕਾਫਲਾ ਤੁਰਿਆ, ਤੁਰਦਿਆਂ ਮਲੇਰਕੋਟਲੇ ਦੇ ਕੋਲ ਕੁੱਪ ਰਹੀੜਾ ਜਿਹੜਾ ਉਸ ਵੇਲੇ ਇਹ ਥਾਂ ਹੈ, ਇੱਥੇ ਆ ਕੇ ਵਿਸ਼ਰਾਮ ਕਰਦੇ ਆ। ਉਧਰੋਂ ਅਹਿਮਦ ਸ਼ਾਹ ਅਬਦਾਲੀ ਜਿਹਨੂੰ ਖਬਰ ਮਿਲਦੀ ਹੈ ਕਿ ਇੰਨਾ ਹਜ਼ਾਰ ਦਾ ਕਾਫਲਾ ਲੈ ਕੇ ਇਹ ਤੁਰਿਆ ਕਿ ਜੇ ਤੂੰ ਹਮਲਾ ਕਰਨਾ ਤੇ ਕਰ। ਉਹਨੇ ਵਿਉਂਤਬੰਦੀ ਬਣਾ ਦਿੱਤੀ। ਜਿੰਨੇ ਵੀ ਇਹਨੇ ਕਹਿਣ ਲੱਗੇ ਇੱਥੇ ਸੂਬੇਦਾਰ ਕਾਇਮ ਕੀਤੇ ਸੀ, ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਕਿ ਇਹਨਾਂ ਤੇ ਹਮਲਾ ਕਰਨਾ ਹੈ ਤੇ ਕੋਈ ਵੀ ਇਹਨਾਂ ਵਿੱਚੋਂ ਬਚ ਕੇ ਜਾਣਾ ਨਹੀਂ ਚਾਹੀਦਾ। ਔਰ ਬਹੁਤ ਥੋੜੇ ਸਮੇਂ ਦੇ ਵਿੱਚ ਇੰਨੀ ਤੇਜ਼ੀ ਨਾਲ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਲਾਹੌਰ ਤੋਂ ਵੱਧਦਾ ਆਇਆ। ਕਿਤੇ ਵੀ ਰੁਕਣ ਨਹੀਂ ਦਿੱਤਾ। ਪਾਣੀ ਦਾ ਘੁੱਟ ਵੀ ਇਹਨੇ ਕਹਿੰਦੇ ਆ ਆਪਣੇ ਸਿਪਾਹੀਆਂ ਨੂੰ ਪੀਣ ਨਹੀਂ ਦਿੱਤਾ। ਬਸ ਇਹ ਵੀ ਘੱਟ ਸਮੇਂ ਵਿੱਚ ਮੈਂ ਸਫ਼ਰ ਬਹੁਤਾ ਤੈਅ ਕਰਕੇ ਤੇ ਉਹਨਾਂ ਤੱਕ ਪਹੁੰਚ ਜਾਵਾਂ। ਸਵੇਰ ਦੇ ਕਹਿੰਦੇ ਅੰਮ੍ਰਿਤ ਵੇਲੇ ਦਾ 3 ਵਜੇ ਸਨ। ਕਈ ਆਰਾਮ ਅਵਸਥਾ ਵਿੱਚ ਸੀ ਤੇ ਕਈ ਰੱਬੀ ਬਾਣੀ ਵਿੱਚ ਲੀਨ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਘੇਰਾ ਪਾ ਕੇ ਤੇ ਇਹ ਜਿਹੜਾ ਉਸ ਵੇਲੇ ਕਹਿੰਦੇ ਆ ਘੱਲੂਘਾਰਾ ਦਾ ਇੱਕ ਰੂਪ ਜਿਹੜਾ ਉਸ ਵੇਲੇ ਬਣਾਇਆ, ਆਪਣੇ ਵੱਲੋਂ ਉਹ ਤਬਾਹੀ ਮਚਾਉਣਾ ਚਾਹੁੰਦਾ ਸੀ ਜੋ ਉਸ ਵੇਲੇ ਕਤਲੇਆਮ ਹੋਣਾ ਸ਼ੁਰੂ ਹੋਇਆ। ਗੁਰੂ ਕੇ ਪਿਆਰਿਆਂ ਨੇ ਡਟ ਕੇ ਮੁਕਾਬਲਾ ਵੀ ਕੀਤਾ, ਪਰ ਉਹਨਾਂ ਕੋਲ ਬੱਚੇ ਵੀ ਸਨ, ਬੀਬੀਆਂ ਭੈਣਾਂ ਮਕਾਵਾਂ। ਉਹ ਕਾਫਲਾ ਇਸ ਢੰਗ ਨਾਲ ਬਣਾਇਆ ਕਿ ਵਿਚਕਾਰ ਬੀਬੀਆਂ ਭੈਣਾਂ ਤੇ ਬੱਚੇ ਨੇ ਔਰ ਆਸੇ-ਪਾਸੇ ਸੂਰਵੀਰ ਯੋਧੇ ਜਿਹੜੇ ਨੇ ਉਹ ਚੱਲਦੇ ਨੇ। ਔਰ ਕਹਿੰਦੇ ਜਿੱਥੋਂ ਤੱਕ ਵੀ ਗਏ ਨੇ ਤਕਰੀਬਨ 14 ਮੀਲ ਤੱਕ, ਬਸ ਉੱਥੇ ਖੂਨ ਹੀ ਖੂਨ ਡੁੱਲਦਾ ਗਿਆ ਹੈ, ਖੂਨ ਹੀ ਖੂਨ ਡੁੱਲਦਾ। ਔਰ ਕਹਿੰਦੇ ਆ ਇਸ ਤਰ੍ਹਾਂ ਡੁੱਲਿਆ ਸੀ ਵੀ ਦੇਖਣ ਵਾਲਾ ਕਹਿੰਦਾ ਜਿਵੇਂ ਕਿਸੇ ਨੇ ਲਾਲ ਰੰਗ ਦੀ ਵਿਛਾਈ ਕੀਤੀ ਹੋਵੇ। ਇਹਨਾਂ ਸਾਡੇ ਗੁਰੂ ਕੇ ਪਿਆਰਿਆਂ ਦਾ ਖੂਨ ਉਸ ਵੇਲੇ ਡੁੱਲਿਆ ਹੈ। ਔਰ ਜਿਹੜੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਇਹਨਾਂ ਦੇ ਲਗਭਗ 22 ਫੱਟ ਜਿਹੜੇ ਇਹਨਾਂ ਦੇ ਸਰੀਰ ਨੂੰ ਹੈ। ਔਰ ਜਿਹੜੇ ਸਰਦਾਰ ਕਹਿੰਦੇ ਚੜ੍ਹਤ ਸਿੰਘ ਸ਼ੁਕਰ ਚਟੀਆਂ ਮਿਸਲ ਜਿਹੜੀ ਆ, ਇਹਨਾਂ ਦੇ ਤਕਰੀਬਨ ਲਗਭਗ 19 ਜ਼ਖਮ ਜਿਹੜੇ ਇਹਨਾਂ ਦੇ ਸਰੀਰ ਤੇ ਹੋ ਗਏ ਆ। ਪਰ ਫਿਰ ਵੀ ਡਟ ਕੇ ਮੁਕਾਬਲਾ ਅਹਿਮਦ ਸ਼ਾਹ ਅਬਦਾਲੀ ਦਾ ਕਰਦੇ ਰਹੇ ਨੇ। ਔਰ 35 ਤੋਂ 40 ਤੱਕ ਦੇ ਕਰੀਬ ਜਿਹੜੀ ਸ਼ਹਾਦਤ ਇਹ ਕੁੱਪ ਰਹੀੜੇ ਦੇ ਮੈਦਾਨ ਦੇ ਵਿੱਚ ਹੁੰਦੀ ਹੈ। ਫਿਰ ਕਈ ਜਿਹੜੇ ਆ ਉੱਥੇ ਰੁਕੇ ਨਹੀਂ, ਚੱਲਦੇ ਗਏ ਤੇ ਬੀਕਾਨੇਰ ਤੱਕ ਪਹੁੰਚੇ ਸਨ ਥੋੜੇ ਸਮੇਂ ਵਿੱਚ ਹੀ। ਕਿਉਂਕਿ ਇਹ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸੀ ਕਿ ਮੈਂ ਮਰਹੱਟਿਆਂ ਨੂੰ ਮਾਰਿਆ, ਇਹਨਾਂ ਦੀਆਂ 2 ਪੀੜ੍ਹੀਆਂ ਤੱਕ ਕੋਈ ਮੇਰੇ ਅੱਗੇ ਉੱਠਣ ਦੀ ਹਿੰਮਤ ਨਹੀਂ ਕਰੇਗਾ। ਤੇ ਜਦੋਂ ਇਹਨੇ ਆ 35 ਤੋਂ 40 ਹਜ਼ਾਰ ਤੱਕ ਗੁਰੂ ਕੇ ਪਿਆਰੇ ਜਿਹੜੇ ਆ ਸ਼ਹੀਦ ਕੀਤੇ, ਇਹ ਕਹਿੰਦਾ ਸੀ ਵੀ ਇਹ ਕੌਮ ਜਿਹੜੀ ਆ ਨਾ, ਗੁਰੂ ਕੇ ਸਿੰਘਾਂ ਦੀ ਕੌਮ, ਖਾਲਸੇ ਦੀ, ਕਹਿੰਦੇ ਇਹ ਕਈ ਪੀੜ੍ਹੀਆਂ ਤੱਕ ਹਿੰਮਤ ਨਹੀਂ ਕਰੇਗੀ, ਮੈਂ ਇਹਨਾਂ ਨੂੰ ਮਾਰ ਮੁਕਾ ਦਿੱਤਾ। ਪਰ ਪਤਾ ਉਦੋਂ ਲੱਗਾ ਜਦੋਂ ਕੁਝ ਸਮੇਂ ਬਾਅਦ ਸਰਹੰਦ ਗੁਰੂ ਕੇ ਪਿਆਰਿਆਂ ਨੇ ਫਤਿਹ ਕਰ ਲਈ। ਬੜਾ ਹੈਰਾਨ ਹੋਇਆ ਸੀ ਅਹਿਮਦ ਸ਼ਾਹ ਅਬਦਾਲੀ ਕਿ ਇੰਨੇ ਥੋੜੇ ਸਮੇਂ ਵਿੱਚ ਇਹ ਕੌਮ ਫਿਰ ਕਿਵੇਂ ਖੜੀ ਹੋ ਗਈ। ਕਿਉਂਕਿ ਸਾਨੂੰ ਬਾਣੀ ਤੇ ਬਾਣੀ ਦੀ ਪਾਵਰ ਦਿੱਤੀ ਹੈ ਗੁਰੂ ਸਾਹਿਬ ਨੇ। ਅਸੀਂ ਅੱਜ ਕਿਉਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ? ਕਿਉਂਕਿ ਅਸੀਂ ਬਾਣੀ ਤੋਂ ਵੀ ਪਿੱਛੇ ਹਟਦੇ ਜਾ ਰਹੇ ਹਾਂ। ਇਸ ਲਈ ਬੇਨਤੀ ਹੈ ਵੀ ਆਪ ਵੀ ਬਾਣੀ ਦੇ ਰੰਗ ਵਿੱਚ ਰੰਗ ਜਾਓ, ਆਪਣੇ ਅੱਗੋਂ ਪਰਿਵਾਰ, ਧੀਆਂ ਪੁੱਤਰਾਂ ਨੂੰ ਬਾਣੀ ਦੇ ਰੰਗ ਵਿੱਚ ਰੰਗ ਦਿਓ। ਇਹੀ ਸਾਡੇ ਵਾਸਤੇ ਉਹ ਪਾਵਰ ਹੈ ਜਿਹਦੇ ਨਾਲ ਅਸੀਂ ਹਰ ਮੁਸੀਬਤਾਂ ਦਾ, ਮੁਸ਼ਕਲਾਂ ਦਾ ਸਾਹਮਣਾ ਡਟ ਕੇ ਕਰ ਸਕਦੇ ਹਾਂ। ਕਿਉਂਕਿ ਜਦੋਂ ਬਾਣੀ ਦੀ ਕਮਾਈ ਕਰੋਗੇ ਤੇ ਫਿਰ ਕੀ ਹੋਏਗਾ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਹੋ ਸਕਦਾ। ਇਹ ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਰ ਤੇ ਮਿਹਰ ਦਾ ਹੱਥ ਹੋਵੇ ਤੇ ਫਿਰ ਕਦੇ ਵੀ ਸਾਡਾ ਮਨ ਘਬਰਾਏਗਾ ਨਹੀਂ, ਸਾਡੇ ਕਦਮ ਲੜ ਖੜਾਉਣਗੇ ਨਹੀਂ। ਖੈਰ, ਉਸ ਵੱਡੇ ਘੱਲੂਘਾਰੇ ਦੇ ਜੋ 1762 ਦੇ ਵਿੱਚ ਹੁੰਦਾ ਹੈ, ਇਹ ਫਰਵਰੀ ਦੇ ਦਿਨਾਂ ਵਿੱਚ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਦਾ ਮੁਕਾਬਲਾ ਡਟ ਕੇ ਕਰਦੇ ਹਾਂ, ਸ਼ਹਾਦਤਾਂ ਦੇ ਜੰਗ ਕੀਤੇ ਆ। ਉਹਨਾਂ ਨੂੰ ਹੀ ਸਮਰਪਿਤ ਹੋ ਕੇ ਆਪਾਂ ਅਰਦਾਸ ਕਰੀਏ, ਗੁਰੂ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰ ਦਿਓ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਗੁਰੂ ਪਾਤਸ਼ਾਹ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗ ਕੇ ਰੱਖਣ, ਤਾਂ ਕਿ ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।